ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਨਾਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂ ਨਾਹੀ ਵਿਸਰਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂ ਨਾਹੀ ਵਿਸਰਿਆ। ਵਾਹਿਗੁਰੂ ਜੀ। ਗੁਰ ਸਿੱਖ ਸਿੱਖ ਗੁਰ ਦੋਏ ਅਲਖ ਲਖਾਇਆ। ਗੁਰ ਦੀਖਿਆ ਲੈ ਸੋਏ, ਸਿੱਖ ਸਦਾਇਆ। ਗੁਰ ਸਿੱਖ ਇੱਕੋ ਹੋਏ, ਜੋ ਗੁਰ ਪਾਇਆ। ਹੀਰਾ ਕਣੀ ਪਰੋਏ, ਹੀਰ ਬੇਧਾਇਆ। ਜਲ ਤਰੰਗ ਅਵਲੋਏ, ਸਲਿਲ ਸਮਾਇਆ। ਜੋਤੀ ਜੋਤ ਸਮੋਏ, ਦੀਪ ਦੀਪਾਇਆ। ਅਚਰਜ ਅਚਰਜ ਢੋਏ, ਚਲਿਤ ਬਣਾਇਆ। ਦੁਧੋਂ ਦਹੀਂ ਵਿਲੋਏ, ਘਿਓ ਕਢਾਇਆ। ਇੱਕ ਚਾਨਣ ਤ੍ਰਿਹੁ ਲੋਏ, ਪ੍ਰਗਟੀ ਆਇਆ। ਇੱਕ ਚਾਨਣ ਤ੍ਰਿਹੁ ਲੋਏ, ਪ੍ਰਗਟੀ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨਸ਼ਾਹ, ਹਜੂਰ ਦਾਤਾਰ, ਚਵਰ ਛਤਰ ਤਖਤ ਦੇ ਮਾਲਕ, ਪਾਤਸ਼ਾਹਾਂ ਦੇ ਪਾਤਸ਼ਾਹ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਗਰੀਬ ਨਵਾਜ ਅਕਾਲ ਪੁਰਖ ਪਿਤਾ ਪਰਮੇਸ਼ਰ ਦੀ ਕਿਰਪਾ ਦੇ ਨਾਲ ਗੁਰੂ ਕੇ ਪਿਆਰੇ ਅਨਿੰਨ ਸੇਵਕ, ਗੁਰਸਿੱਖੀ ਦੇ ਮਹਾਨ ਸਰੂਪ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਸਿੱਖੀ ਨੂੰ ਜੀਵਨ ਦੇ ਅੰਦਰ ਤਨ ਮਨ ਦੇ ਦੁਆਰਾ ਜਿਨ੍ਹਾਂ ਨੇ ਕਮਾਇਆ, ਉਹ ਗੁਰੂ ਕੇ ਪਿਆਰੇ ਅਨਿੰਨ ਸੇਵਕ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ, ਜੋ ਭਾਈ ਸਾਹਿਬ ਜੀ ਦੀਆਂ ਪਾਵਨ ਵਾਰਾਂ ਲੜੀਵਾਰ ਰੂਪ ਅੰਦਰ ਆਪਾਂ ਸਰਵਣ ਕਰ ਰਹੇ ਹਾਂ। ਹੁਣ ਤੱਕ ਗੁਰੂ ਆਸੀਸ ਦੇ ਨਾਲ ਤੀਸਰੀ ਪਾਵਨ ਵਾਰ ਦੀਆਂ 10 ਪੌੜੀਆਂ ਸਰਵਣ ਕੀਤੀਆਂ। 11ਵੀਂ ਪੌੜੀ ਪਾਠ ਰੂਪ ਵਿੱਚ ਆਪਾਂ ਸਰਵਣ ਕੀਤੀ। ਸੋ ਆਓ ਇਹਨਾਂ ਪਾਵਨ ਪੌੜੀਆਂ ਦੀ ਵਿਚਾਰ ਪ੍ਰਾਰੰਭ ਕਰੀਏ। ਮਾਲਕ ਤਰਸ ਕਰਨ, ਸਮੱਤ ਦੀ ਦਾਤ, ਕੁਝ ਕਹਿਣ ਸੁਣਨ ਦੀ ਸੋਝੀ ਸਮਰੱਥਾ ਬਖਸ਼ਣ। ਆਪ ਜੀ ਜਿਤਨੇ ਸਰਵਣ ਕਰ ਰਹੇ ਹੋ, ਪਿਆਰ ਸਹਿਤ ਉਚਾਰਨ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰ ਸਿੱਖ ਸਿੱਖ ਗੁਰ ਦੋਏ ਅਲਖ ਲਖਾਇਆ। ਸੋ ਇਸ ਪਾਵਨ 11ਵੀਂ ਪੌੜੀ ਜੋ ਤੀਸਰੀ ਵਾਰ ਦੀ ਹੈ, ਇਹਦੇ ਵਿੱਚ ਭਾਈ ਸਾਹਿਬ ਜੀ ਭਾਈ ਲਹਿਣਾ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦਾ ਜ਼ਿਕਰ ਕਰਦੇ ਨੇ। ਗੁਰ ਸਿੱਖ ਸਿੱਖ ਗੁਰ ਦੋਏ ਅਲਖ ਲਖਾਇਆ, ਭਾਵ ਗੁਰੂ ਸਿੱਖ ਹੋ ਕੇ ਤੇ ਸਿੱਖ ਨੇ ਗੁਰੂ ਹੋ ਕੇ ਉਸ ਅਲਖ ਪਰਮੇਸ਼ਰ ਨੂੰ ਦੋਵਾਂ ਨੇ ਲਿਖਾ ਦਿੱਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਖ ਸਰੂਪ ਦੇ ਵਿੱਚ ਹੋ ਗਏ। ਉਹ ਇਸ ਤਰ੍ਹਾਂ ਕਿ ਜਿਸ ਦਿਨ ਸਿੱਖ ਗੁਰੂ ਹੋ ਗਿਆ, ਸਿੱਖ ਰੂਪ ਦੇ ਵਿੱਚ ਭਾਈ ਲਹਿਣਾ ਜੀ ਜਿਸ ਦਿਨ ਚਵਰ ਛਤਰ ਤਖਤ ਦੇ ਮਾਲਕ ਬਣ ਗਏ, ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਦੇ ਹੀਏ ਵਿੱਚ ਆ ਕਰਕੇ ਵਸ ਗਈ। ਉਸ ਦਿਨ ਸਿੱਖ ਗੁਰੂ ਹੋ ਗਿਆ ਤੇ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਸਾਰੀ ਸੰਗਤ ਨੇ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਤੇ ਸੀਸ ਝੁਕਾਉਣਾ ਹੈ, ਤਾਂ ਉਸ ਤੋਂ ਪਹਿਲਾਂ ਸਿੱਖਾਂ ਦੀ ਤਰ੍ਹਾਂ, ਪਿਆਰਿਆਂ ਦੀ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸੀਸ ਝੁਕਾਉਂਦੇ ਨੇ, ਨਮਸਕਾਰ ਕਰਦੇ ਨੇ। ਸੋ ਇਸੇ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਜਿਸ ਦਿਨ ਖਾਲਸਾ ਸਜਾਇਆ ਤੇ ਪਿਆਰ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ,
ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਗੁਰੂ ਚੇਲਾ ਹੋ ਗਿਆ, ਚੇਲਾ ਗੁਰੂ ਰੂਪ ਹੋ ਗਿਆ। ਸੋ ਇਸੇ ਤਰ੍ਹਾਂ ਸਿੱਖ ਗੁਰੂ ਹੋ ਗਿਆ, ਗੁਰੂ ਸਿੱਖ ਰੂਪ ਹੋ ਗਿਆ, ਤੇ ਦੋਵਾਂ ਨੇ ਰਲ ਮਿਲ ਕੇ ਉਸ ਅਲੱਖ ਪਰਮੇਸ਼ਰ ਨੂੰ ਲਿਖਾ ਦਿੱਤਾ, ਜਨਾ ਦਿੱਤਾ। ਗੁਰ ਦੀਖਿਆ ਲੈ ਸੋਏ ਸਿੱਖ ਸਦਾਇਆ। ਜੇ ਕੋਈ ਪੁੱਛੇ ਇਹ ਕਿਵੇਂ ਹੋਇਆ, ਤਾਂ ਭਾਈ ਸਾਹਿਬ ਉੱਤਰ ਦੇ ਕੇ ਕਹਿੰਦੇ ਨੇ, ਗੁਰ ਦੀਖਿਆ ਲੈ, ਭਾਵ ਗੁਰੂ ਦੀ ਦੀਕਸ਼ਾ ਲੈ ਕਰਕੇ ਪਹਿਲੇ ਸਿੱਖ ਗੁਰੂ ਅੰਗਦ ਦੇਵ ਮਹਾਰਾਜ ਜੀ ਸਿੱਖ ਸਦਾਇਆ, ਗੁਰੂ ਰੂਪ ਹੋ ਕੇ ਸਿੱਖ ਸਦਾਇਆ। ਇੱਥੇ ਹੁਣ ਥੋੜ੍ਹਾ ਜ਼ਿਕਰ ਕਰਾਂ, ਪਹਿਲੇ ਸਿੱਖਾਂ ਦੀ ਜਦੋਂ ਗੱਲ ਚੱਲਦੀ, ਵੈਸੇ ਤਾਂ ਪਹਿਲਾ ਸਿੱਖ ਜਦੋਂ ਅਸੀਂ ਬੀਬੀਆਂ ਦੇ ਵਿੱਚੋਂ ਗੱਲ ਕਰਦੇ, ਇਸਤਰੀ ਸਰੀਰਾਂ ਦੇ ਵਿੱਚੋਂ ਗੱਲ ਕਰਦੇ, ਪਹਿਲਾ ਦਰਸ਼ਨ ਜਿਹੜਾ ਸੀ ਉਹ ਦਾਈ ਦੌਲਤਾਂ ਨੇ ਕੀਤਾ, ਤੇ ਪਹਿਲੀ ਸਿੱਖ ਬੀਬੀ ਜਿਹੜੀ ਹੈ ਉਹ ਬੇਬੇ ਨਾਨਕੀ ਹੈ। ਜਦੋਂ ਪੁਰਖਾਂ ਦੀ ਗੱਲ ਕਰੀਏ ਤਾਂ ਪਹਿਲਾ ਸਿੱਖ ਜਿਹੜਾ ਉਹ ਰਾਏ ਬੁਲਾਰ ਹੈ। ਪਰ ਇਹਨਾਂ ਸਾਰੇ ਸਿੱਖਾਂ ਦੇ ਵਿੱਚੋਂ ਭਾਵੇਂ ਬਾਬਾ ਬੁੱਢਾ ਜੀ ਨੇ, ਭਾਵੇਂ ਰਾਏ ਬੁਲਾਰ ਹੈ, ਭਾਵੇਂ ਨਵਾਬ ਦੌਲਤ ਖਾਂ ਹੈ, ਭਾਵੇਂ ਭਾਈਆ ਜੈ ਰਾਮ ਹੈ, ਬੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਰੀਦ ਨੇ, ਸਾਰੇ ਹੀ ਸਿੱਖ ਨੇ ਗੁਰੂ ਕੇ। ਪਰ ਭਾਈ ਲਹਿਣਾ ਜੀ ਉਹ ਪਹਿਲੇ ਸਿੱਖ ਨੇ ਜਿਹੜੇ ਗੁਰੂ ਰੂਪ ਹੋ ਗਏ, ਜਿਹੜੇ ਗੁਰਤਾ ਗੱਦੀ ਦੇ ਮਾਲਕ ਬਣੇ। ਬਾਕੀ ਸਿੱਖੀ ਸਾਰਿਆਂ ਨੇ ਕਮਾਈ, ਕੋਈ ਸ਼ੱਕ ਨਹੀਂ, ਪਰ ਜੋ ਗੁਰੂ ਪਦ ਸੀ, ਜੋ ਗੁਰੂ ਦਾ ਰੂਪ ਸੀ, ਜਾਂ ਗੁਰਤਾ ਗੱਦੀ ਦਾ ਮਾਲਕ ਬਣਨਾ, ਇਹ ਭਾਈ ਲਹਿਣਾ ਜੀ ਦੀ ਝੋਲੀ ਵਿੱਚ ਪਿਆ। ਸੋ ਇਸ ਤਰ੍ਹਾਂ ਫਿਰ ਦੀਖਿਆ, ਇੱਕ ਦੀਖਿਆ ਹੁੰਦੀ, ਇੱਕ ਸਿੱਖਿਆ ਹੁੰਦੀ ਹੈ। ਦੀਕਸ਼ਾ ਲੈਣੀ, ਜੋ ਆਮ ਸ਼ਬਦ ਤੁਸੀਂ ਸੁਣਦੇ ਹੋਵੋਗੇ, ਦੀਕਸ਼ਾ ਲੈਣੀ ਦਾ ਅਰਥ ਹੁੰਦਾ ਹੈ, ਜਿਵੇਂ ਜਦੋਂ ਸਿੱਖ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਹੈ ਤਾਂ ਗੁਰੂ ਕਾ ਸਰੂਪ ਪੰਜ ਪਿਆਰੇ ਸਾਹਿਬ ਜਿਹੜੇ ਨੇ ਉਹ ਗੁਰ ਮੰਤਰ, ਮੂਲ ਮੰਤਰ ਦੀ ਦੀਕਸ਼ਾ ਦਿੰਦੇ ਨੇ। ਉਸ ਤੋਂ ਬਾਅਦ ਫਿਰ ਸਿੱਖਿਆ ਦਿੰਦੇ ਨੇ ਕਿ ਤੁਸੀਂ ਰਹਿਤਾਂ ਦੇ ਧਾਰਨੀ ਹੋਣਾ, ਕੁਰੈਤਾਂ ਤੋਂ ਬਚ ਕੇ ਰਹਿਣਾ, ਨਿਤਨੇਮ ਕਰਨਾ, ਸਵੇਰੇ ਸ਼ਾਮ ਅਤੇ ਰਾਤ ਨੂੰ ਸੋਹਿਲਾ ਸਾਹਿਬ ਦੀ ਬਾਣੀ, ਸੰਧਿਆ ਦੇ ਸਮੇਂ ਸੋਦਰ, ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ। ਸੋ ਦਸਵੰਧ, ਆਪਣੀ ਮਾਇਆ ਦੇ ਵਿੱਚੋਂ ਦਸਵੰਧ ਕੱਢਣਾ, ਗੁਰਸਿੱਖਾਂ ਦੀ, ਗਰੀਬਾਂ ਦੀ, ਫਿਰ ਗੁਰੂ ਘਰ ਦੀ ਸੇਵਾ ਕਰਨੀ ਉਸ ਮਾਇਆ ਦੇ ਨਾਲ। ਸੋ ਇਹ ਸਾਰੀ ਸਿੱਖਿਆ ਦਿੰਦੇ ਨੇ, ਕੀ ਖਾਣਾ ਹੈ, ਕੀ ਨਹੀਂ ਖਾਣਾ ਹੈ, ਕੀ ਪਹਿਨਣਾ ਹੈ, ਕਿਸ ਤਰ੍ਹਾਂ ਦਾ ਨਹੀਂ ਪਹਿਨਣਾ, ਇਹ ਸਾਰੀ ਸਿੱਖਿਆ ਹੈ। ਸੋ ਇਸ ਤਰ੍ਹਾਂ ਗੁਰੂ ਕੀ ਦੀਕਸ਼ਾ ਲੈ ਕਰਕੇ ਸੋਏ ਸਿੱਖ ਸਦਾਇਆ। ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਮਹਾਰਾਜ ਜੀ ਐਸੇ ਪਹਿਲੇ ਸਿੱਖ ਸਦਾਏ ਹਨ। ਜਦੋਂ ਦੀਖਿਆ ਲੈ ਲਈ, ਗੁਰ ਸਿੱਖ ਇੱਕੋ ਹੋਏ ਜੋ ਗੁਰ ਪਾਇਆ। ਜਿਹੜਾ ਸਿੱਖ ਗੁਰੂ ਨੂੰ ਭਾ ਗਿਆ, ਉਹ ਗੁਰੂ ਤੇ ਸਿੱਖ ਇੱਕੋ ਹੋ ਗਏ। ਭਾਵ ਭਾਈ ਲਹਿਣਾ ਜੀ ਭਾ ਗਏ ਗੁਰੂ ਨੂੰ, ਤਾਂ ਗੁਰੂ ਨਾਨਕ ਦੇਵ ਮਹਾਰਾਜ ਤੇ ਭਾਈ ਲਹਿਣਾ ਸਿੱਖ ਰੂਪ ਦੇ ਵਿੱਚ ਸਨ, ਇੱਕ ਹੋ ਗਏ, ਇੱਕ ਜੋਤ ਹੋ ਗਈ। ਸਰੀਰ ਬੇਸ਼ੱਕ ਭਿੰਨ ਭਿੰਨ ਰਹੇ ਨੇ, ਪਰ ਇੱਕੋ ਜੋਤ ਦੋਨਾਂ ਸਰੀਰਾਂ ਅੰਦਰ ਵਰਤਣ ਲੱਗ ਗਈ ਹੈ। ਹੀਰਾ ਕਣੀ ਪਰੋਏ ਹੀਰ ਵਿਧਾਇਆ। ਇਹ ਕਿਸ ਤਰ੍ਹਾਂ ਹੋਇਆ, ਤਾਂ ਇੱਥੇ ਭਾਈ ਸਾਹਿਬ ਇੱਕ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਜਿਵੇਂ ਹੀਰਾ ਹੈ ਨਾ, ਹੀਰੇ ਨੂੰ ਜੇ ਵਿੰਨਣਾ ਹੋਵੇ, ਉਹਦੇ ਵਿੱਚ ਸੁਰਾਖ ਕਰਕੇ ਧਾਗਾ ਪਾਉਣਾ ਹੋਵੇ, ਜਾਂ ਹੀਰੇ ਨੂੰ ਤਰਾਸ਼ਣਾ ਹੋਵੇ, ਤਾਂ ਸੱਚਾਈ ਇਹ ਹੈ, ਕੋਈ ਬੰਦਾ ਹਥੌੜੇ ਛੈਣੀ ਦੇ ਨਾਲ ਜਾਂ ਕਿਸੇ ਲੋਹੇ ਦੀ ਨੁਕੀਲੀ ਚੀਜ਼ ਦੇ ਨਾਲ ਹੀਰੇ 'ਚ ਸੁਰਾਖ ਪਾਵੇ ਤਾਂ ਉਹ ਸੁਰਾਖ ਨਹੀਂ ਪਏਗਾ। ਇਸ ਤਰ੍ਹਾਂ ਜ਼ਰੂਰ ਹੋ ਸਕਦਾ ਹੈ ਕਿ ਹਥੌੜੇ ਦੀਆਂ ਸੱਟਾਂ ਸਹਿ ਸਹਿ ਕੇ ਉਸ ਲੋਹੇ ਦੀ ਐਰਨ ਦੇ ਵਿੱਚ ਧੱਸ ਜਾਵੇ, ਪਰ ਟੁੱਟੇਗਾ ਵੀ ਨਹੀਂ, ਉਹਦੇ 'ਚ ਸੁਰਾਖ ਵੀ ਨਹੀਂ ਹੋਏਗਾ। ਹੁਣ ਹੀਰੇ 'ਚ ਸੁਰਾਖ ਕਰਨ ਦਾ ਇੱਕੋ ਹੀ ਤਰੀਕਾ ਹੈ, ਜਿਸ ਵਰਮੇ ਦੇ ਨਾਲ ਸੁਰਾਖ ਕਰਨਾ, ਉਹਦੇ ਅੱਗੇ ਹੀਰੇ ਦੀ ਇੱਕ ਕਣੀ ਲਾ ਦਿੱਤੀ ਜਾਂਦੀ। ਹੀਰੇ ਦਾ ਛੋਟਾ ਜਿਹਾ ਜਿਵੇਂ ਟੁਕੜਾ ਕਹਿ ਦੇਵਾਂ, ਉਹ ਕਣੀ ਦੀ ਤਰ੍ਹਾਂ ਗੋਲ ਆਕਾਰ ਦੇ ਵਿੱਚ ਉਹਨੂੰ ਲਾ ਦਿੱਤਾ ਜਾਂਦਾ। ਫਿਰ ਜਿੱਧਰ ਨੂੰ ਵਰਮਾ ਚੱਲਦਾ ਉਧਰ ਨੂੰ ਸੁਰਾਖ ਪੈਂਦਾ ਜਾਂਦਾ। ਸੋ ਇਸ ਤਰ੍ਹਾਂ ਇਹ ਮਨ ਜਿਹੜਾ ਹੈ, ਇਹਨੂੰ ਕੋਈ ਕਰਮ ਕਾਂਡ ਦੇ ਨਾਲ ਵਿੰਨਣ ਦੀ ਕੋਸ਼ਿਸ਼ ਕਰੇ, ਇਹ ਨਹੀਂ ਵਿੰਨਿਆ ਜਾਏਗਾ। ਇਹਦੇ ਵਿੱਚ ਜਦੋਂ ਗੁਰੂ ਕੇ ਸ਼ਬਦ ਦੀ ਕਣੀ ਦੇ ਨਾਲ ਇਹਨੂੰ ਪਰੋਇਆ ਜਾਂਦਾ, ਇਹਦੇ ਵਿੱਚ ਸੁਰਾਖ ਹੋ ਜਾਂਦਾ। ਫਿਰ ਗੁਰ ਸਿੱਖਿਆ ਉਹਦੇ 'ਚ ਪਰੋ ਦਿੱਤੀ ਜਾਂਦੀ, ਜਿਵੇਂ ਸੁਰਾਖ ਕਰਕੇ ਵਿੱਚ ਦੀ ਧਾਗਾ ਕੱਢਿਆ ਜਾਂਦਾ। ਇਸ ਤਰ੍ਹਾਂ ਇਸ ਮਨ ਨੂੰ ਗੁਰ ਸ਼ਬਦ ਜਦੋਂ ਵਿੰਨਦਾ, ਫਿਰ ਉਸ ਤੋਂ ਬਾਅਦ ਗੁਰਮਤਿ ਇਸ ਮਨ ਦੇ ਵਿੱਚ ਪਰੋ ਦਿੱਤੀ ਜਾਂਦੀ ਹੈ। ਫਿਰ ਉਹ ਜੀਵਨ ਜਿਹੜਾ ਪਹਿਲਾਂ ਸਾਧ ਮੁਰਾਦਾ ਜੀਵਨ ਹੈ ਸੰਸਾਰ ਦੇ ਵਿੱਚ, ਉਹ ਫਿਰ ਗੁਰਮਤਿ ਦੇ ਧਾਗੇ ਵਿੱਚ ਪਰੋਇਆ ਜਾਂਦਾ ਹੈ। ਜੇ ਇਤਿਹਾਸ ਦੇ ਵਿੱਚ ਆਪਾਂ ਦਾਸਤਾਨਾਂ ਦੇਖੀਏ ਤਾਂ ਭਾਈ ਬਿਧੀ ਚੰਦ ਜੀ, ਗੁਰੂ ਕੇ ਸ਼ਬਦ ਦੇ ਨਾਲ ਜਦੋਂ ਮਨ ਵਿੰਨਿਆ ਗਿਆ, ਫਿਰ ਉਹਦੇ ਵਿੱਚ ਗੁਰਮਤਿ ਪਰੋ ਦਿੱਤੀ ਗਈ। ਹੁਣ ਉਹੀ ਭਾਈ ਬਿਧੀ ਚੰਦ ਜੋ ਪਹਿਲਾਂ ਚੋਰੀਆਂ ਵੀ ਕਰਦੇ ਨੇ, ਪਰ ਉਸ ਤੋਂ ਬਾਅਦ ਦੇਖੋ ਕਿੰਨਾ ਉੱਚਾ ਜੀਵਨ
ਕਿ ਗੁਰੂ ਹਰਗੋਬਿੰਦ ਮਹਾਰਾਜ ਇੱਥੋਂ ਤੱਕ ਬਚਨ ਕਹਿ ਦਿੰਦੇ ਨੇ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ। ਸੋ ਇਸ ਤਰ੍ਹਾਂ ਭਾਈ ਮੰਝ ਦਾ ਜੀਵਨ ਦੇਖੋ, ਪਹਿਲਾਂ ਸਖੀ ਸਰਵਰ ਦਾ ਉਪਾਸ਼ਕ, ਪਰ ਜਿਸ ਦਿਨ ਗੁਰ ਸ਼ਬਦ ਦੇ ਨਾਲੇ ਮਨ ਵਿੰਨਿਆ ਗਿਆ ਤਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਮਾਈ ਸੇਵਾ ਘਾਲਣਾ ਦੇਖ ਕੇ ਕਹਿੰਦੇ ਨੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਸੋ ਇਸ ਤਰ੍ਹਾਂ ਇੱਥੇ ਜ਼ਿਕਰ ਕਰਦੇ ਹੀਰੇ ਦੀ ਕਣੀ ਦੇ ਨਾਲ ਹੀਰੇ ਨੂੰ ਵਿੰਨਿਆ ਜਾਂਦਾ ਹੈ, ਫਿਰ ਉਹਨੂੰ ਪਰੋਇਆ ਜਾਂਦਾ ਹੈ। ਜਲ ਤਰੰਗ ਅਵ ਲੋਏ ਸਲਿਲ ਸਮਾਇਆ, ਫਿਰ ਅਵ ਲੋਏ ਭਾਵ ਦੇਖੇ, ਜਲ ਦੀਆਂ ਤਰੰਗਾਂ ਨੂੰ ਕਦੀ ਦੇਖੇ ਕੋਈ ਧਿਆਨ ਦੇ ਨਾਲ ਤਾਂ ਕੀ ਹੋਏਗਾ, ਸਲਿਲ ਸਮਾਇਆ। ਇਸ ਤਰ੍ਹਾਂ ਇੱਕ ਲਹਿਰ, ਇੱਕ ਤਰੰਗ ਉੱਠਦੀ ਹੈ, ਪਾਣੀ ਦੇ ਵਿੱਚੋਂ ਉੱਠਦੀ ਹੈ ਤੇ ਪਾਣੀ ਦੇ ਵਿੱਚ ਹੀ ਪਰਤ ਕੇ ਸਮਾ ਜਾਂਦੀ ਹੈ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਇੱਥੇ ਕਹਿੰਦੇ ਨੇ, ਜਲ ਦੇ ਵਿੱਚੋਂ ਤਰੰਗਾਂ ਪੈਦਾ ਹੋ ਕੇ ਜਲ ਦੇ ਵਿੱਚ ਫਿਰ ਸਮਾ ਜਾਂਦੀਆਂ ਹਨ। ਜੋਤੀ ਜੋਤ ਸਮੋਏ ਦੀਪ ਦੀਪਾਇਆ। ਫਿਰ ਇੱਕ ਹੋਰ ਦ੍ਰਿਸ਼ਟਾਂਤ ਦਿੰਦੇ, ਮਤਾ ਕੱਲ ਨੂੰ ਕੋਈ ਮੂਰਖ ਅਗਿਆਨੀ ਬੇਸਮਝ ਨਾ ਸਮਝ ਇਹ ਆਖੇ ਕਿ ਜਦੋਂ ਗੁਰੂ ਨਾਨਕ ਮਹਾਰਾਜ ਦੀ ਜੋਤ ਭਾਈ ਲਹਿਣਾ ਜੀ ਦੇ ਵਿੱਚ ਟਿਕ ਗਈ ਤਾਂ ਹੁਣ ਗੁਰੂ ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਹੋ ਗਏ, ਫਿਰ ਹੁਣ ਗੁਰੂ ਨਾਨਕ ਮਹਾਰਾਜ ਅੰਦਰ ਉਹ ਜੋਤ ਨਹੀਂ ਰਹੀ ਹੋਏਗੀ, ਤਾਂ ਉਹਨਾਂ ਦਾ ਇਸ਼ਾਰਾ ਇਹ ਹੁੰਦਾ ਕਿ ਫਿਰ ਉਸ ਵਕਤ ਗੁਰੂ ਨਾਨਕ ਦੇਵ ਤਾਂ ਗੁਰੂ ਨਹੀਂ ਰਹੇ ਹੋਣੇ। ਪਰ ਭਾਈ ਸਾਹਿਬ ਇੱਥੇ ਇੱਕ ਦ੍ਰਿਸ਼ਟਾਂਤ ਦਿੰਦੇ, ਕਹਿੰਦੇ ਜੋਤੀ ਦੇ ਵਿੱਚ ਜੋਤ ਮਿਲ ਗਈ। ਇਹ ਇਸ ਤਰ੍ਹਾਂ ਮਿਲੀ ਹੈ ਜਿਵੇਂ ਦੀਪ ਦੀਪਾਇਆ, ਜਿਵੇਂ ਇੱਕ ਦੀਵਾ ਦੂਜੇ ਦੀਵੇ ਨੂੰ ਜਗਾ ਦੇਵੇ ਤਾਂ ਪਹਿਲੇ ਦੀਵੇ ਦਾ ਪ੍ਰਕਾਸ਼ ਨਹੀਂ ਘਟਦਾ, ਉਹਦਾ ਵਜ਼ਨ ਨਹੀਂ ਘਟਦਾ ਕਦੀ। ਉਹਨੂੰ ਪਹਿਲਾਂ ਤੋਲ ਲਓ, ਦੀਵੇ ਨੂੰ ਬਾਲ ਕੇ ਜਗਾ ਕੇ ਤੋਲ ਲਓ, ਉਸ ਤੋਂ ਬਾਅਦ ਉਹਦੇ ਤੋਂ ਇੱਕ ਛੱਡੋ, ਤੁਸੀਂ 100 ਦੀਵੇ ਜਗਾ ਦਿਓ, ਪਰ ਉਹਦਾ ਨਾ ਵਜ਼ਨ ਘਟੇਗਾ, ਨਾ ਉਹਦਾ ਪ੍ਰਕਾਸ਼ ਘਟੇਗਾ, ਨਾ ਉਹਦਾ ਆਕਾਰ ਘਟੇਗਾ। ਸੋ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਦੀ ਜੋਤ ਭਾਈ ਲਹਿਣਾ ਜੀ ਦੀ ਜੋਤ ਅੰਦਰ ਸਮਾ ਗਈ, ਇਹ ਕਹਿਣਾ ਨਾ ਸਮਝੀ ਹੈ ਕਿ ਉਸ ਵਕਤ ਗੁਰੂ ਨਾਨਕ ਦੇਵ ਸ਼ਾਇਦ ਗੁਰੂ ਨਹੀਂ ਰਹੇ ਹੋਣਗੇ, ਉਹ ਗੁਰੂ ਹਨ। ਦ੍ਰਿਸ਼ਟਾਂਤ ਦਿੱਤਾ ਜਿਵੇਂ ਦੀਵੇ ਤੋਂ ਦੀਵਾ ਬਲ ਪਵੇ ਤਾਂ ਪਹਿਲਾ ਦੀਵਾ ਜਿਹੜਾ ਉਹ ਫਿਰ ਵੀ ਓਨੀ ਸਮਰੱਥਾ, ਓਨਾ ਚਾਨਣ ਕਰਦਾ ਰਹਿੰਦਾ ਹੈ। ਅਚਰਜ ਅਚਰਜ ਢੋਏ ਚਲਿਤ ਬਣਾਇਆ। ਇਹ ਅਚਰਜ ਤੋਂ ਅਚਰਜ ਕਾਰਨਾਂ ਦੇ ਨਾਲ ਹੈ, ਵੱਖਰੇ ਵੱਖਰੇ ਕਾਰਨ ਬਣੇ। ਕਾਰਨ ਵੀ ਕੈਸੇ ਕੈਸੇ, ਗੁਰਤਾ ਗੱਦੀ ਤੱਕ ਪਹੁੰਚਦਿਆਂ ਬੜੇ ਕਾਰਨ ਬਣੇ ਨੇ। ਕਦੀ ਪਰਖਾਂ ਕਰਨੀਆਂ ਵੀ ਕਾਰਨ ਬਣਿਆ, ਕਦੀ ਕਿੱਕਰਾਂ ਨੂੰ ਝਾੜਨਾ, ਕਦੀ ਕੱਪੜੇ ਧੋਣੇ, ਕਦੀ ਚਿੱਕੜ ਚੋਂ ਕਟੋਰੇ ਕੱਢਣੇ, ਸਾਰੇ ਕਾਰਨ ਹੀ ਬਣਦੇ ਪਏ ਸਨ। ਪਰ ਜਿਸ ਦਿਨ ਧੰਨ ਰੂਪ ਰਹਾ ਕਰਤਾਰ ਦੀ ਗੱਲ ਕੀਤੀ, ਉਸ ਦਿਨ ਵੀ ਕਾਰਨ ਹੀ ਬਣਿਆ ਕਿ ਸਾਰੇ ਲੁਕਦੇ ਨੇ ਪਰ ਭਾਈ ਲਹਿਣਾ ਜੀ ਨਾਲ ਨਿਭਦੇ ਪਏ ਨੇ, ਤੁਰਦੇ ਪਏ ਨੇ। ਮੁਰਦਾ ਖਾਣ ਦੀ ਗੱਲ ਹੋਈ, ਕਾਰਨ ਹੀ ਬਣਦਾ ਹੈ। ਪਰ ਜਿਸ ਵਕਤ ਮੁਰਦੇ ਦੇ ਸਰਾਣੇ ਜਾ ਕੇ ਖੜੇ ਨੇ, ਪੈਰਾਂ ਵਾਲੇ ਪਾਸੇ ਵੀ ਇਤਿਹਾਸ ਨੇ ਜ਼ਿਕਰ ਕੀਤਾ ਹੈ, ਗੁਰੂ ਨਾਨਕ ਪਾਤਸ਼ਾਹ ਪੁੱਛਦੇ ਨੇ, ਪੁਰਖਾ ਹੁਣ ਕੀ ਉਡੀਕ ਕਰ ਰਹੇ ਆ, ਖਾ ਕਿਉਂ ਨਹੀਂ ਰਿਹਾ? ਤੇ ਬਚਨ ਕਹੇ, ਬਾਬਾ ਮੈਂ ਤੇ ਹੁਕਮ ਦੀ ਉਡੀਕ ਵਿੱਚ ਹਾਂ, ਕਿਹੜੇ ਪਾਸਿਓਂ ਖਾਣਾ ਹੈ। ਸੋ ਇਸ ਤਰ੍ਹਾਂ ਇਹ ਸਾਰੇ ਕਾਰਨ ਬਣੇ ਨੇ। ਇਹਨਾਂ ਕਾਰਨਾਂ ਨੂੰ ਕਰ ਕਰਕੇ ਗੁਰੂ ਤੇ ਸਿੱਖ ਨੇ, ਭਾਵ ਗੁਰੂ ਨਾਨਕ ਦੇਵ ਮਹਾਰਾਜ ਅਤੇ ਭਾਈ ਲਹਿਣਾ ਜੀ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਅਚਰਜ ਤੋਂ ਅਚਰਜ ਕਾਰਨ ਕਰਕੇ ਚਲਿਤ ਬਣਾਏ। ਇਹ ਵੱਖਰਾ ਹੀ ਕੌਤਕ ਜਿਹੜਾ ਸੀ ਇਹ ਕਰ ਦਿੱਤਾ ਹੈ, ਜਿੱਥੇ ਸਾਰੀ ਦੁਨੀਆ ਜਿਹੜੀ ਸੀ ਤੱਕਦੀ ਰਹਿ ਗਈ ਹੈ। ਦੁੱਧੋਂ ਦਹੀਂ ਵਿਲੋਏ ਘਿਓ ਕਢਾਇਆ। ਜਿਸ ਤਰ੍ਹਾਂ ਦੁੱਧ ਤੋਂ ਦਹੀਂ ਜਿਹੜਾ ਹੈ ਵਿਲੋਏ ਰਿੜਕਿਆ ਜਾਂਦਾ ਹੈ। ਪਹਿਲਾਂ ਦੁੱਧ ਹੈ, ਉਹਨੂੰ ਥੋੜ੍ਹਾ ਜਿਹਾ ਕੋਸਾ ਕਰਕੇ ਗਰਮ ਕਰਕੇ ਜਾਗ ਲਾਉਂਦੇ ਨੇ, ਜਾਗ ਲਾ ਕੇ ਸਵੇਰੇ ਦਹੀਂ ਜੰਮਦਾ, ਦਹੀਂ ਜੰਮਦਾ ਫਿਰ ਉਹਨੂੰ ਰਿੜਕਿਆ ਜਾਂਦਾ, ਫਿਰ ਮੱਖਣ ਲੱਸੀ ਤੋਂ ਅਲੱਗ ਹੋ ਜਾਂਦਾ। ਉਸ ਮੱਖਣ ਨੂੰ ਫਿਰ ਅੱਗ 'ਤੇ ਰੱਖ ਕੇ ਤਪਾਇਆ ਜਾਂਦਾ, ਫਿਰ ਉਹਦੇ 'ਚੋਂ ਘਿਓ ਨਿਕਲਦਾ, ਲੱਸੀ ਥੱਲੇ ਬਹਿ ਜਾਂਦੀ, ਫਿਰ ਉਹਨੂੰ ਛਾਨਿਆ ਜਾਂਦਾ ਹੈ। ਸੋ ਇਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰ ਕੇ ਉਹ ਘਿਓ ਨਿਕਲਦਾ ਹੈ। ਤਾਂ ਭਾਈ ਸਾਹਿਬ ਇੱਥੇ ਇਸ਼ਾਰਾ ਮਾਤਰ ਕਰਕੇ ਕਹਿੰਦੇ ਨੇ, ਜਿਵੇਂ ਦਹੀਂ ਨੂੰ ਰਿੜਕ ਕੇ ਸੋਹਣਾ ਅੰਮ੍ਰਿਤ ਵਰਗਾ ਘਿਓ ਜਿਹੜਾ ਉਹ ਕੱਢ ਲਿਆ ਜਾਂਦਾ ਹੈ, ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਸਾਰਾ ਮੰਥਨ ਕੀਤਾ ਹੈ। ਬੜੇ ਐਸੇ ਸਿੱਖ ਮਗਰ ਤੁਰੇ ਸਨ, ਬੜੀਆਂ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਦੇ ਮਗਰ ਸਨ, ਇੰਝ ਕਹਿ ਲਿਓ ਸਾਰੇ ਦਹੀਂ ਦੀ ਨਿਆਈ ਸਨ। ਪਰ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਮੰਥਨ ਕੀਤਾ ਤਾਂ ਇਸ ਮੰਥਨ ਦੇ ਵਿੱਚੋਂ ਘਿਓ ਨਿਕਲਿਆ। ਉਹ ਘਿਓ ਰੂਪ ਦੇ ਵਿੱਚ ਭਾਈ ਲਹਿਣਾ ਜੀ ਹਨ। ਜੋ ਲੱਸੀ ਹੁਣ ਚਾਟੀ ਭਰੀ ਲੱਸੀ ਦੀ ਹੁੰਦੀ ਹੈ, ਪਰ ਉਹਦੇ 'ਚੋਂ ਘਿਓ ਜ਼ਰੂਰੀ ਨਹੀਂ ਕਿ ਜੇ 5 ਕਿਲੋ ਦਹੀਂ ਹੈ ਤੇ 5 ਕਿਲੋ ਹੀ ਘਿਓ ਨਿਕਲੇਗਾ, ਨਹੀਂ, ਐਸਾ ਨਹੀਂ ਹੁੰਦਾ। ਘਿਓ ਬਹੁਤ ਥੋੜ੍ਹਾ ਜਿਹਾ ਹੀ ਨਿਕਲਦਾ ਹੈ। ਸੋ ਇਸ ਤਰ੍ਹਾਂ
ਇਹਨਾਂ ਬਹੁਤ ਵੱਡੀਆਂ ਗਿਣਤੀਆਂ ਵਾਲੇ ਸਰੀਰਾਂ ਦੇ ਵਿੱਚੋਂ ਇੱਕ ਸਰੀਰ ਹੈ ਜੋ ਭਾਈ ਲਹਿਣਾ ਜੀ ਦਾ ਸਰੀਰ ਹੈ, ਜੋ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਤੁਰ ਪਿਆ। ਤੇ ਘਿਓ ਦੀ ਤਰ੍ਹਾਂ, ਜਿਵੇਂ ਘਿਓ ਨੂੰ ਫਿਰ ਲੱਸੀ ਤੋਂ ਮੱਖਣ ਨੂੰ ਅਲੱਗ ਕਰ ਲਿਆ ਜਾਂਦਾ ਹੈ, ਜਿਵੇਂ ਹੀ ਲੱਸੀ ਦੇ ਉੱਤੇ ਮੱਖਣ ਆ ਜਾਵੇ ਉਸੇ ਵੇਲੇ ਸਵਾਣੀਆਂ ਉਹਨੂੰ ਹੱਥ ਨਾਲ ਬਾਹਰ ਕੱਢ ਲੈਂਦੀਆਂ ਨੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਘਿਓ ਰੂਪ ਦੇ ਵਿੱਚ ਭਾਈ ਲਹਿਣਾ ਨੂੰ ਅਲੱਗ ਕਰ ਲਿਆ। ਇੱਕ ਚਾਨਣ ਤ੍ਰਿਹੋਲੋਏ ਪ੍ਰਗਟੀ ਆਇਆ। ਸੋ ਇਸ ਤਰ੍ਹਾਂ ਇੱਕ ਚਾਨਣ ਭਾਵ ਇੱਕ ਵਾਹਿਗੁਰੂ ਦੇ ਨਾਮ ਦਾ ਚਾਨਣ, ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਦਾ ਚਾਨਣ ਜਿਹੜਾ ਸੀ ਤਿੰਨਾਂ ਲੋਕਾਂ ਦੇ ਵਿੱਚ ਤ੍ਰਿਹੋਲੋਏ ਪ੍ਰਗਟੀ ਆਇਆ। ਇਸ ਤਰ੍ਹਾਂ ਪ੍ਰਗਟ ਹੋ ਗਿਆ। ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਪ੍ਰਗਟ ਕੀਤਾ। ਫਿਰ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਮਹਾਰਾਜ ਨੇ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਅਤੇ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਮ ਜਿਹੜਾ ਸੀ ਉਹ ਤਿੰਨਾਂ ਲੋਕਾਂ ਵਿੱਚ ਪ੍ਰਗਟ ਕਰ ਦਿੱਤਾ। ਅੱਗੇ ਹੁਣ 12ਵੀਂ ਪੌੜੀ ਦੇ ਵਿੱਚ ਫਿਰ ਉੱਪਰਲੇ ਪਾਵਰਥ ਜ਼ਿਕਰ ਕਰਦੇ ਨੇ। ਜਿਵੇਂ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਦਾ ਰੂਪ ਹੋਏ, ਇਸੇ ਤਰ੍ਹਾਂ ਫਿਰ ਅੱਗੇ ਜ਼ਿਕਰ ਕਰਕੇ ਅਗਲੇ ਪਾਤਸ਼ਾਹਾਂ ਦੇ ਦ੍ਰਿਸ਼ਟਾਂਤ ਦਿੰਦੇ ਨੇ। ਭਾਈ ਸਾਹਿਬ ਕਹਿੰਦੇ ਨੇ, ਸਤਿਗੁਰ ਨਾਨਕ ਦਿਓ ਗੁਰਾਂ ਗੁਰ ਹੋਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇਵ ਸਰੂਪ ਹਨ ਤੇ ਗੁਰਾਂ ਦੇ ਗੁਰੂ ਹਨ। ਹੁਣ ਗੁਰਾਂ ਦੇ ਗੁਰੂ, ਇੱਕ ਤਾਂ ਜਿਵੇਂ ਗੋਰਖਨਾਥ ਗੁਰੂ ਬਣਿਆ ਹੋਇਆ ਸੀ, ਹੋਰ ਬੜੇ ਬੜੇ ਇੱਥੇ ਜੋਗੀ ਜਿਹੜੇ ਚੇਲੇ ਜਿਹੜੇ ਸਨ ਉਹ ਗੁਰੂ ਬਣੇ ਸੀ। ਫਿਰ ਸੰਸਾਰ 'ਤੇ ਕੁਝ ਐਸੇ ਸਿੱਧ ਪੁਰਖ ਸਨ, ਕੁਝ ਬਹੁਰੂਪੀਏ ਲੋਕ ਸਨ ਜਿਹੜੇ ਆਪਣੇ ਆਪ ਦੇ ਵਿੱਚ ਗੁਰੂ ਬਣੇ ਸਨ। ਤੇ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਸਾਰੇ ਗੁਰੂਆਂ ਤੋਂ ਉੱਤੇ ਨੇ, ਇਹ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹਨ। ਫਿਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੱਕ ਇਸ ਜੋਤ ਦਾ ਸਫ਼ਰ ਤੱਕਦੇ ਹਾਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਗੁਰਦੇਵ, ਗੁਰਾਂ ਗੁਰ ਹੋਇਆ, ਗੁਰਾਂ ਗੁਰ ਹੋਇਆ 10 ਪਾਤਸ਼ਾਹੀਆਂ ਦੇ ਰੂਪ, ਜਾਂ ਇੰਝ ਕਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੱਕ ਇਸ ਜੋਤ ਦੇ ਮਾਲਕ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਜਿੰਨਾ ਸਫ਼ਰ ਹੈ ਇਸ ਜੋਤ ਦਾ, 10 ਗੁਰੂ ਸਾਹਿਬਾਨ ਜੀ ਦੇ ਮੁੱਖ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਸੋ ਇਸ ਤਰ੍ਹਾਂ ਭਾਈ ਸਾਹਿਬ ਦੇ ਕਹਿਣ ਦਾ ਭਾਵ ਹੈ, ਪ੍ਰਮੁੱਖ ਅਰਥ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਸਾਰੀ ਮਨੁੱਖਤਾ, ਸਾਰੀ ਲੋਕਾਈ, ਹਰ ਧਰਮ, ਹਰ ਫਿਰਕੇ ਦੇ ਗੁਰੂਆਂ ਦੇ ਗੁਰੂ ਰੂਪ ਹਨ। ਅੰਗਦ ਅਲਖ ਅਪਿਓ ਸਹਿਜ ਸਮੋਇਆ। ਜਿਨ੍ਹਾਂ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਅਲਖ ਤੋਂ ਅਪਿਓ ਭਾਵ ਕਿ ਉਹ ਅਭੇਦ ਵਾਹਿਗੁਰੂ ਜੀ ਦੇ ਸਹਿਜ ਪਦ ਦੇ ਕੇ ਉਸ ਪਰਮੇਸ਼ਰ ਦੇ ਅੰਦਰ ਸਮੋਇਆ, ਸਮਾ ਦਿੱਤਾ ਹੈ। ਸਹਿਜ ਪਦ, ਸਹਿਜ ਅਵਸਥਾ ਭਾਈ ਲਹਿਣਾ ਜੀ ਨੂੰ ਬਖਸ਼ੀ ਤੇ ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਰੂਪ ਹੋ ਕੇ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਅੰਦਰ ਸਮਾ ਗਏ। ਹੁਣ ਇੱਥੇ ਸਮਾ ਗਏ ਦਾ ਅਰਥ ਇਹ ਨਹੀਂ ਹੁੰਦਾ, ਕਿਉਂਕਿ ਜਦੋਂ ਗੁਰੂ ਸਾਹਿਬ ਸਰੀਰ ਤਿਆਗਦੇ ਨੇ ਉਦੋਂ ਸ਼ਬਦ ਵਰਤਿਆ ਜਾਂਦਾ ਹੈ ਗੁਰੂ ਸਾਹਿਬ ਸਮਾ ਗਏ। ਜਿਵੇਂ ਭਗਤ ਜੀ ਬਚਨ ਕਹਿੰਦੇ, ਜੋਤ ਮਿਲੀ ਸੰਗ ਜੋਤ ਰਹਿਆ ਭਾਲਦਾ। ਜਾਂ ਭਗਤ ਜੀ ਦੇ ਬਚਨ ਜਦੋਂ ਪੜ੍ਹਦੇ, ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਸੋ ਉਸ ਵਕਤ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਦੋਂ ਸਰੀਰ ਤਿਆਗ ਕੇ ਜੋਤ ਪਰਮੇਸ਼ਰ ਅੰਦਰ ਮਿਲਦੀ, ਪਰ ਜਦੋਂ ਜੀਵਨ ਮੁਕਤ ਅਵਸਥਾ ਕੋਈ ਗੁਰਸਿੱਖ ਮੰਨਦਾ, ਉਹਦੀ ਉਸ ਦਿਨ ਜੋਤ ਪਰਮਾਤਮਾ ਅੰਦਰ ਮਿਲ ਗਈ ਹੈ। ਤਾਂ ਹੁਣ ਭਾਈ ਲਹਿਣਾ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਰੂਪ ਹੋ ਗਏ ਤਾਂ ਜੋਤ ਉਸ ਦਿਨ ਵੀ ਪਰਮਾਤਮਾ ਅੰਦਰ ਮਿਲ ਗਈ, ਗੁਰੂ ਨਾਨਕ ਪਾਤਸ਼ਾਹ ਅੰਦਰ ਮਿਲ ਗਈ ਹੈ। ਸੋ ਇਸ ਤਰ੍ਹਾਂ ਇੱਥੇ ਜ਼ਿਕਰ ਕਰਦੇ ਨੇ ਕਿ ਗੁਰੂ ਅੰਗਦ ਦੇਵ ਮਹਾਰਾਜ ਨੂੰ ਇਹ ਜੋਤ, ਇਹ ਗਿਆਨ, ਇਹ ਸਹਿਜ ਪਦ ਦੇ ਕੇ ਉਸ ਪਰਮਾਤਮਾ ਦੇ ਅੰਦਰ ਮਿਲਾ ਦਿੱਤਾ ਹੈ। ਅਮਰਹੁ ਅਮਰ ਸਮਿਓ ਅਲਖ ਅਲੋਇਆ। ਫਿਰ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਆਏ ਤਾਂ ਅਮਰਹੁ, ਅਮਰ ਭਾਵ ਅਮਰ ਦਾ ਅਰਥ ਹੈ ਉਹ ਨਾ ਮਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਜੋ ਅਜ਼ਰ ਅਮਰ ਹੈ। ਸਮਿਓ ਗੁਰੂ ਅਮਰਦਾਸ ਮਹਾਰਾਜ ਜੀ ਉਹਦੇ ਅੰਦਰ ਸਮਾ ਗਏ। ਜਦੋਂ ਬਾਬਾ ਅਮਰਦਾਸ ਦੇ ਰੂਪ ਅੰਦਰ ਹਨ, ਸੇਵਾ ਹੈ, ਮਸ਼ੱਕਤ ਹੈ, 12 ਸਾਲ ਗਾਗਰ ਢੋਣ ਦੀ ਸੇਵਾ ਹੈ, ਹੁਕਮ ਮੰਨਣ ਦੀ ਸੇਵਾ ਹੈ। ਅਸੀਂ ਇੱਕ ਦਿਨ ਗੁਰੂ ਘਰ ਵਿੱਚ ਆਪਾਂ ਸੇਵਾ ਕਰਦੇ ਹਾਂ, ਦੂਸਰੇ ਦਿਨ ਜੇ ਕਿਤੇ ਜਾਣਾ ਪੈ ਜੇ ਤੇ ਅੱਧਿਆਂ ਦੀ ਜ਼ੁਬਾਨ 'ਤੇ ਸ਼ਬਦ ਹੁੰਦਾ ਅੱਜ ਫਿਰ ਜਾਣਾ ਪਵੇਗਾ, ਅੱਜ ਫਿਰ ਸੇਵਾ 'ਤੇ ਜਾਣਾ ਪਏਗਾ, ਫਿਰ ਸੇਵਾ ਕਰਨੀ ਪਏਗੀ। ਇੱਕ ਦਿਨ, 2 ਦਿਨ, ਮਹੀਨਾ, ਸਾਲ, 1 ਸਾਲ ਦੀ ਗੱਲ ਨਹੀਂ, 12 ਸਾਲ ਬਿਨਾਂ ਨਾਂਗਾ ਗੁਰੂ ਅਮਰਦਾਸ ਮਹਾਰਾਜ ਨੇ ਇਹ ਮਹਾਨ ਸੇਵਾ ਕੀਤੀ ਹੈ।
ਤਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ ਇਸ ਸੇਵਾ ਦਾ ਮੁੱਲ ਪਾਉਂਦਿਆਂ ਕਹਿ ਦੇਵਾਂ, ਇਸ ਸੇਵਾ ਨੂੰ ਫਲ ਲਾਉਂਦਿਆਂ ਇਹ ਵੱਡੇ ਭਾਗ ਜਿਹੜੇ ਸਨ ਬਾਬਾ ਅਮਰਦਾਸ ਜੀ ਦੇ, ਉਹਨਾਂ ਵੱਡੇ ਭਾਗਾਂ ਨੂੰ ਨਿਵਾਜਦਿਆਂ ਅਮਰ ਸਮੇਉ ਉਸ ਅਮਰ ਅਕਾਲ ਪੁਰਖ ਪਰਮੇਸ਼ਰ ਦੇ ਅੰਦਰ ਸਮਾ ਦਿੱਤਾ। ਭਾਵ ਉਸ ਅਕਾਲ ਪੁਰਖ ਪਰਮੇਸ਼ਰ ਦੀ ਗੁਰਤਾ ਗੱਦੀ ਦੇ ਮਾਲਕ ਬਣਾ ਕੇ ਅਲੱਖ ਅਲੋਇਆ, ਉਹ ਨਾ ਲਖਿਆ ਜਾਣ ਵਾਲਾ ਅਕਾਲ ਪੁਰਖ ਪਰਮੇਸ਼ਰ ਜਿਹੜਾ ਸੀ ਉਹਨੂੰ ਲਿਖਾ ਦਿੱਤਾ, ਉਹਦੀ ਸਮਝ ਦੇ ਦਿੱਤੀ, ਉਹਦੇ ਨਾਲ ਅਭੇਦ ਕਰ ਦਿੱਤਾ। ਰਾਮ ਨਾਮ ਅਰਖਿਓ ਅੰਮ੍ਰਿਤ ਚੋਇਆ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਰਾਮ ਨਾਮ ਅਰਖਿਓ, ਭਾਵ ਅਰਖਿਓ ਦਾ ਅਰਥ ਹੁੰਦਾ ਪ੍ਰੇਮ। ਭਾਈ ਜੇਠਾ ਜੀ ਦੇ ਰੂਪ ਅੰਦਰ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਆ ਕੇ ਇੰਨਾ ਪ੍ਰੇਮ ਕੀਤਾ ਗੁਰੂ ਅਮਰਦਾਸ ਮਹਾਰਾਜ ਦੇ ਨਾਲ। ਦੇਖੋ, ਜਦੋਂ ਵੀ ਭਾਈ ਜੇਠਾ ਜੀ ਦਾ ਇਤਿਹਾਸ ਚੱਲਦਾ ਹੈ, ਆਪਾਂ ਬੜੇ ਸਰਲ ਸ਼ਬਦਾਂ ਵਿੱਚ ਕਹਿ ਦਿੰਦੇ ਹਾਂ ਕਿ ਗੁਰੂ ਅਮਰਦਾਸ ਮਹਾਰਾਜ ਦੇ ਕੋਲ ਰਹੇ, ਸੇਵਾ ਕੀਤੀ। ਇਹ ਵੀ ਇਤਿਹਾਸ ਦੇ ਪੰਨੇ ਜਦੋਂ ਆਪਾਂ ਦੁਹਰਾਉਂਦੇ ਹਾਂ ਕਿ ਗੁਰੂ ਅਮਰਦਾਸ ਮਹਾਰਾਜ ਦੇ ਜਵਾਈ ਲੱਗਦੇ ਨੇ ਰਿਸ਼ਤੇ ਦੇ ਵਿੱਚ, ਪਰ ਇਤਿਹਾਸ ਪੜ੍ਹਦੇ ਹਾਂ, ਸੁਣਦੇ ਹਾਂ, ਸੁਣਾਉਂਦੇ ਹਾਂ, ਕਦੀ ਸਿੱਖੀਏ ਵੀ ਕੁਛ। ਅੱਜ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਭਿਆਨਕ ਰੋਗ ਜਿਹੜਾ ਹੈ ਨਾ, ਬੜੇ ਬੜੇ ਰੋਗ ਨੇ, ਮੈਂ ਹਰ ਵਾਰ ਜ਼ਿਕਰ ਕਰਦਾ, ਕਦੀ ਕੋਈ ਬਿਮਾਰੀ ਚੱਲਦੀ, ਕਦੀ ਕੋਈ ਬਿਮਾਰੀ, ਪਰ ਹਉਮੈ ਦਾ ਰੋਗ ਵੀ ਸਾਹਿਬ ਕਹਿੰਦੇ ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ। ਹਉਮੈ ਦਾ ਰੋਗ ਸਾਰਿਆਂ ਨੂੰ ਲੱਗਾ। ਉਸ ਤੋਂ ਬਾਅਦ ਹਉਮੈ ਦੇ ਰੋਗ ਦਾ ਤਾਂ ਕੋਈ ਨਾ ਕੋਈ ਇਲਾਜ ਹੈ, ਪਰ ਸਾਹਿਬ ਬਚਨ ਕਹਿੰਦੇ ਅਵਖਦ ਸਭੇ ਕੀਤਿਨ ਨਿੰਦਕ ਕਾ ਦਾਰੂ ਨਾ ਹੈ। ਨਿੰਦਾ ਵੀ ਇੱਕ ਰੋਗ ਹੈ, ਪਰ ਅੱਜ ਜੋ ਸਮਾਜ ਨੂੰ ਸਭ ਤੋਂ ਭਿਆਨਕ ਰੋਗ ਚਿੰਬੜਿਆ, ਪਹਿਲਾਂ ਵੀ ਚਿੰਬੜਿਆ ਸੀ, ਅੱਜ ਵੀ ਹੈ, ਉਹ ਹੈ ਜਵਾਈ ਪੁਣੇ ਵਾਲਾ ਰੋਗ। ਆਪਾਂ ਸਾਰੇ ਗ੍ਰਸਤੀ ਸਰਵਣ ਕਰ ਰਹੇ ਹੋ। ਉਹ ਐਸਾ ਰੋਗ ਹੈ ਕਿ ਬੰਦੇ ਦਾ ਜਦੋਂ ਰਿਸ਼ਤਾ ਜੁੜ ਜਾਏ, ਹਾਂ ਅਸੀਂ ਜਵਾਈ ਹਾਂ, ਮੈਂ ਜਵਾਈ ਹਾਂ, ਮੇਰੀ ਤੁਸੀਂ ਭਾਵੇਂ ਚਾਰ ਨਾਲ ਖਾਵੋ, ਮੈਨੂੰ ਸਬਜ਼ੀ ਨਾਲ ਰੋਟੀ ਚਾਹੀਦੀ ਹੈ, ਤੁਸੀਂ ਭੁੰਜੇ ਸੌਵੋ, ਅਸੀਂ ਬੈੱਡ ਦੇ ਉੱਤੇ ਸੌਣਾ, ਕਿਉਂ? ਜਵਾਈ ਹੈ। ਦੁਨੀਆ ਨੇ ਵੀ ਇੱਕ ਐਸੀ ਮਾਨਸਿਕਤਾ ਬਣਾ ਦਿੱਤੀ ਹੈ ਕਿ ਨਹੀਂ, ਇਹ ਜਵਾਈ ਹੈ, ਇਹਦੀ ਇਸ ਤਰ੍ਹਾਂ ਸੇਵਾ ਹੋਣੀ ਚਾਹੀਦੀ, ਇਹਦੀ ਆਹ ਟਹਿਲ ਹੋਣੀ ਚਾਹੀਦੀ, ਇਹਦੇ ਅੱਗੇ ਸਾਰਾ ਪਰਿਵਾਰ ਜਿਹੜਾ ਨੌਕਰਾਂ ਦੀ ਤਰ੍ਹਾਂ ਭੱਜੇ ਫਿਰੋ। ਜਦੋਂ ਉਸ ਘਰ ਦੀ ਧੀ ਨੂੰ ਆਪਣੇ ਘਰ ਲੈ ਕੇ ਆਂਦਾ, ਉਸ ਦਿਨ ਤੇ ਇਹ ਸ਼ਬਦ ਕਹਿ ਦਿੱਤਾ, ਤੂੰ ਨੂੰਹ ਹੈ ਜਾਂ ਤੂੰ ਇਸ ਘਰ ਦੀ ਧੀ ਹੈ, ਤੇ ਤੂੰ ਉਸ ਘਰ ਦਾ ਪੁੱਤ ਨਹੀਂ ਬਣ ਸਕਦਾ। ਫਿਰ ਤੂੰ ਸਾਰੀ ਜ਼ਿੰਦਗੀ ਕਿਹਾ ਕਿ ਮੈਂ ਉਸ ਘਰ ਦਾ ਜਵਾਈ ਹਾਂ, ਫਿਰ ਇਸ ਬੱਚੀ ਨੂੰ ਕਿਉਂ ਕਹਿ ਰਹੇ ਹੋ ਕਿ ਤੂੰ ਇਸ ਘਰ ਦੀ ਧੀ ਹੈ, ਤੂੰ ਧੀ ਬਣ ਕੇ ਰਹਿਣਾ, ਫਿਰ ਤੂੰ ਵੀ ਉਸ ਘਰ ਦਾ ਪੁੱਤ ਬਣ ਕੇ ਰਿਹਾ ਕਰ। ਸੋ ਕਹਿਣ ਦਾ ਭਾਵ ਸਿਰਫ ਇੰਨਾ ਕੁ ਹੈ, ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਨੇ ਬਹੁਤ ਕੁਝ ਸਿਖਾਇਆ। ਜਦੋਂ ਪੜ੍ਹਦੇ ਹਾਂ ਕਿ ਸੰਸਾਰ ਦੇ ਰਿਸ਼ਤਿਆਂ ਨਾਤਿਆਂ ਨੂੰ ਕਿਸ ਤਰ੍ਹਾਂ ਤਰਜੀਹ ਦੇਣੀ ਤੇ ਕਿਸ ਤਰ੍ਹਾਂ ਅੰਦਰ ਦਾ ਹੰਕਾਰ ਜਿਹੜਾ ਉਹ ਮਾਰਨਾ ਹੈ, ਤੋ ਇਸ ਤਰ੍ਹਾਂ ਇਹ ਚੀਜ਼ਾਂ ਮਨ ਦੇ ਵਿੱਚ ਹੰਕਾਰ ਪੈਦਾ ਕਰਦੀਆਂ ਨੇ। ਇਸ ਲਈ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਇਹ ਸਿਖਾਇਆ ਹੈ। ਸੋ ਇੱਥੇ ਭਾਈ ਸਾਹਿਬ ਜੋ ਜ਼ਿਕਰ ਕਰਦੇ ਨੇ ਕਿ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਦੇ ਵਿੱਚ ਰਹੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੋ ਭਾਈ ਜੇਠਾ ਦੇ ਰੂਪ ਵਿੱਚ ਹਨ, ਤੇ ਐਸਾ ਮਹਾਨ ਪ੍ਰੇਮ ਕੀਤਾ ਕਿ ਅੰਮ੍ਰਿਤ ਚੋਂ ਆਇਆ। ਗੁਰੂ ਅਮਰਦਾਸ ਮਹਾਰਾਜ ਨੇ ਹਿਰਦੇ ਵਿੱਚੋਂ ਅੰਮ੍ਰਿਤ ਦੀ ਧਾਰਾ ਜਿਹੜੀ ਉਹ ਚਲਾ ਦਿੱਤੀ, ਭਾਵ ਅੰਦਰ ਨਾਮ ਦਾ ਵਹਿਣ ਵਹਿ ਗਿਆ ਤੇ ਗੁਰੂ ਰੂਪ ਹੋ ਕਰਕੇ ਪ੍ਰਗਟ ਹੋਏ ਹਨ। ਗੁਰ ਅਰਜਨ ਕਰ ਸੇਉ ਢੋਏ ਢੋਇਆ। ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਸੇਵਾ ਕੀਤੀ, ਤੇ ਸੇਵਾ ਵੀ ਕੈਸੀ ਕੀਤੀ? ਸਭ ਤੋਂ ਮਹਾਨ ਸੇਵਾ ਜਿਹੜੀ ਕੀਤੀ ਉਹ ਹੁਕਮ ਮੰਨਣ ਵਾਲੀ ਸੇਵਾ, ਆਗਿਆ ਸਮ ਨਹੀਂ ਸਾਹਿਬ ਸੇਵਾ। ਮਾਲਕ ਦਾ ਹੁਕਮ ਮੰਨਣ ਦੇ ਬਰਾਬਰ ਕੋਈ ਸੇਵਾ ਨਹੀਂ। ਸੇਵਾ ਸਾਰੀਆਂ ਹੀ ਪ੍ਰਵਾਨ ਨੇ, ਪਰ ਦੇਖੋ ਗੁਰੂ ਅਰਜਨ ਦੇਵ ਮਹਾਰਾਜ ਲੰਗਰ 'ਚ ਵੀ ਸੇਵਾ ਕਰਦੇ ਨੇ, ਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ 'ਚ ਵੀ ਸੇਵਾ ਕਰਦੇ ਨੇ, ਸੰਗਤ ਦੀ ਆਈ ਦੀ ਸੇਵਾ ਵੀ ਕਰਦੇ, ਜੋੜੇ ਵੀ ਝਾੜਦੇ, ਸੰਗਤ ਦਾ ਪ੍ਰਬੰਧ ਵੀ ਕਰਦੇ, ਬਾਣੀ ਵੀ ਪੜ੍ਹਦੇ ਨੇ, ਕਥਾ ਕੀਰਤਨ ਕਰਦੇ ਵੀ ਨੇ, ਸਰਵਣ ਵੀ ਕਰਦੇ ਨੇ। ਪਰ ਜਿਸ ਦਿਨ ਹੁਕਮ ਮੰਨਣ ਵਾਲੀ ਸੇਵਾ ਝੋਲੀ 'ਚ ਪਈ, ਖਿੜੇ ਮੱਥੇ ਉਸ ਸੇਵਾ ਨੂੰ ਵੀ ਪ੍ਰਵਾਨ ਕਰ ਲਿਆ। ਹੁਣ ਅਸੀਂ ਕਈ ਵਾਰ ਇਹ ਕਹਿੰਦੇ ਹੁੰਦੇ ਹਾਂ ਆਮ ਦੁਨੀਆ ਦੇ ਵਿੱਚ ਆਪਾਂ ਕਿ ਮੈਂ ਬਾਣੀ ਪੜ੍ਹਦਾ, ਮੈਂ ਗੁਰੂ ਘਰ ਇੰਨਾ ਟਾਈਮ ਸੇਵਾ ਕਰਦਾ, ਮੈਂ ਸੰਗਤ ਦੀ ਸੇਵਾ ਕਰਦਾ, ਮੈਂ ਗੁਰੂ ਘਰ ਦੀ ਸੇਵਾ ਕਰਦਾ, ਗੁਰੂ ਸਾਹਿਬ ਦੀ ਸੇਵਾ ਕਰਦਾ, ਮੁਬਾਰਕ ਹੈ ਸਾਰਾ ਕੁਛ, ਇਹਦਾ ਕੋਈ ਗਲਤ ਅਰਥ ਨਾ ਕੱਢਿਓ। ਪਰ ਜਦੋਂ ਕਹੀਏ ਭਾਈ ਗੁਰੂ ਕਾ ਹੁਕਮ ਹੈ, ਤੂੰ ਅੰਮ੍ਰਿਤ ਦਾ ਧਾਰਨੀ ਹੋ, ਬਾਣੀ ਤੇ ਬਾਣੇ ਦਾ ਧਾਰਨੀ ਹੋ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਫਿਰ ਕਹੇਗਾ ਨਹੀਂ ਜੀ ਮਨ ਸਾਫ਼ ਹੋਣਾ ਚਾਹੀਦਾ, ਆ ਸਾਰੀ ਸੇਵਾ ਅਸੀਂ ਕਰਦੇ ਹਾਂ, ਫਿਰ ਕੀ ਜੇ ਅਸੀਂ ਅੰਮ੍ਰਿਤ ਨਹੀਂ ਛਕਿਆ। ਦੇਖੋ ਇਹ ਗੁਰੂ ਕਾ ਹੁਕਮ ਹੈ, ਤੇ ਹੁਕਮ ਮੰਨਣ ਦੇ ਬਰਾਬਰ ਕੋਈ ਸੇਵਾ ਨਹੀਂ ਹੁੰਦੀ। ਬਾਕੀ ਸਾਰੀਆਂ ਸੇਵਾ ਪ੍ਰਵਾਨ। ਮੈਂ ਜ਼ਿਕਰ ਕਰਾਂ
ਬਾਬਾ ਪ੍ਰਿਥੀ ਚੰਦ ਲੰਗਰ ਦੇ ਵਿੱਚ ਵੀ ਸੇਵਾ ਕਰਦਾ ਹੈ। ਸਾਰੀ ਸੰਗਤ ਦਾ ਪ੍ਰਬੰਧ ਵੀ ਉਹ ਸੰਭਾਲਦਾ ਹੈ, ਮਾਇਆ ਵੀ ਉਹ ਸੰਭਾਲਦਾ ਹੈ। ਗੁਰੂ ਰਾਮਦਾਸ ਮਹਾਰਾਜ ਦੇ ਕੋਲ ਵੀ ਸੇਵਾ ਕਰਦਾ ਹੈ। ਐਸਾ ਨਹੀਂ ਕਿ ਉਹ ਕਥਾ ਕੀਰਤਨ ਨਹੀਂ ਸੁਣਦਾ, ਉਹ ਕਥਾ ਕੀਰਤਨ ਵੀ ਸੁਣਦਾ ਹੈ। ਗੁਰੂ ਸਾਹਿਬ ਦੇ ਰੋਜ਼ ਦਰਸ਼ਨ ਵੀ ਕਰਦਾ ਹੈ, ਹੋਰ ਵੀ ਬੜੀਆਂ ਵੱਡੀਆਂ ਸੇਵਾਵਾਂ ਕਰਦਾ ਹੈ, ਪਰ ਆਗਿਆ ਮੰਨਣ ਵਾਲੀ ਸੇਵਾ ਉਹ ਨਾ ਕਰ ਸਕਿਆ। ਸੋ ਇਸ ਲਈ ਸਾਨੂੰ ਜੋ ਸਤਿਗੁਰਾਂ ਦੀ ਆਗਿਆ ਹੈ ਕਿ ਸੰਸਾਰ ਦੇ ਉੱਤੇ ਆਏ ਹੋ ਤਾਂ ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਜਿਵੋ। ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਗਿਆ ਹੁਕਮ ਮੰਨਣ ਵਾਲੀ ਸੇਵਾ ਕੀਤੀ, ਢੋਇਆ ਢੋਇਆ, ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸੀ ਰਹਿਮਤ ਦੇ ਨਾਲ, ਦਾਤ ਦੇ ਨਾਲ ਵਡਿਆਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਫਿਰ ਗੁਰੂ ਰੂਪ ਹੋ ਕਰਕੇ, ਬਾਣੀ ਕੇ ਬੋਹਿਤ ਹੋ ਕਰਕੇ, ਬਾਣੀ ਦੇ ਜਹਾਜ਼, ਕਲਯੁਗ ਦੇ ਜਹਾਜ਼, ਕਲਯੁਗ ਜਹਾਜ਼ ਅਰਜਨ ਗੁਰੂ, ਕਲਯੁਗ ਦੇ ਜਹਾਜ਼ ਹੋ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਹਨ। ਗੁਰ ਹਰ ਗੋਬਿੰਦ ਅਮੇਉ ਅਮੇਉ ਵੇ ਲੋਇਆ। ਫਿਰ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਐਸੀ ਮਹਾਨ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕੀਤੀ ਹੈ। ਗੁਰੂ ਹਰਗੋਬਿੰਦ ਜੀ ਨੇ ਸ਼ਬਦ ਅੰਮ੍ਰਿਤ ਨੂੰ ਰਿੜਕਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ, ਬਖਸ਼ਿਸ਼, ਰਹਿਮਤ ਦੇ ਨਾਲ ਅਮੇਉ ਅਗਾਧ ਹੋ ਗਏ। ਭਾਵ ਉਸ ਕਰਤੇ ਅਕਾਲ ਪੁਰਖ ਦੇ ਸ਼ਬਦ ਦੇ ਅੰਦਰ ਅਪੇਧ ਹੋ ਗਏ। ਮੀਰੀ ਪੀਰੀ ਦੇ ਸ਼ਹਿਨਸ਼ਾਹ ਬਣੇ, ਮੀਰੀ ਪੀਰੀ ਦੇ ਫਿਰ ਤਾਜਾਂ ਤਖਤਾਂ ਦੇ ਮਾਲਕ ਬਣੇ। ਕਿਵੇਂ? ਉਸ ਅਗਾਧ ਬੁੱਧ ਅਕਾਲ ਪੁਰਖ ਪਰਮੇਸ਼ਰ ਦੇ ਸ਼ਬਦ ਨੂੰ ਕਮਾਇਆ ਤੇ ਗੁਰੂ ਕੀ ਸਿੱਖਿਆ, ਜੋ ਪਿਤਾ ਗੁਰੂ ਦਾ ਹੁਕਮ ਸੀ, ਉਹਨਾਂ ਹੁਕਮਾਂ ਦੇ ਉੱਤੇ ਚੱਲਣਾ ਕੀਤਾ। ਸੱਚਾ ਸੱਚ ਸੂਚਿਓ ਸੱਚ ਖਲੋਇਆ। ਫਿਰ ਐਸੀ ਮਹਾਨ ਕਿਰਪਾ ਕੀਤੀ ਕਿ ਉਹ ਸੱਚਾ ਸੱਚ ਸੁਚੇਓ, ਉਹ ਸੱਚੇ ਅਕਾਲ ਪੁਰਖ ਦਾ ਸੱਚ ਜਿਹੜਾ ਸੀ, ਉਹ ਸੱਚਾ ਸੱਚ ਸੁਚੇਓ, ਭਾਵ ਇਹਨਾਂ ਸੁੱਚਿਆਂ ਹਿਰਦਿਆਂ ਦੇ ਵਿੱਚ ਆ ਕਰਕੇ ਟਿਕ ਗਿਆ। ਸੁੱਚੇ ਹਿਰਦੇ ਭਾਵ, ਜੇ ਪਿੱਛੇ ਤੋਂ ਮੈਂ ਅਰਥ ਦੁਬਾਰਾ ਕਰਾਂ ਤਾਂ ਸੁੱਚੇ ਹਿਰਦੇ ਭਾਈ ਲਹਿਣਾ ਜੀ, ਸੁੱਚੇ ਹਿਰਦੇ ਸਨ ਗੁਰੂ ਅਮਰਦਾਸ ਮਹਾਰਾਜ ਜੀ। ਇੱਕ ਸੁੱਚਾ ਹਿਰਦਾ ਸੀ ਭਾਈ ਜੇਠਾ ਜੀ ਦਾ, ਸੁੱਚਾ ਹਿਰਦਾ ਸੀ ਗੁਰੂ ਅਰਜਨ ਦੇਵ ਮਹਾਰਾਜ ਦਾ, ਫਿਰ ਬਿਲਕੁਲ ਸੁੱਚਾ ਹਿਰਦਾ ਸੀ ਗੁਰੂ ਹਰਗੋਬਿੰਦ ਮਹਾਰਾਜ ਦਾ। ਕਿਉਂਕਿ ਇੱਥੇ ਪਿੱਛੇ ਤੋਂ ਵੀ ਅਰਥ ਕਰਾਂਗੇ, ਫਿਰ ਗੁਰਮੁਖਾਂ ਦੇ ਸੱਚੇ ਸੁੱਚੇ ਹਿਰਦੇ ਹਨ। ਸੰਸਾਰਕ ਤੌਰ ਤੇ, ਸਰੀਰਕ ਤੌਰ ਤੇ ਬੜੇ ਬੰਦੇ ਸੁੱਚੇ ਨੇ, ਪਰ ਮਨ ਦੇ ਤੌਰ ਤੇ ਸੁੱਚੇ ਹੋਣਾ ਬੜੀ ਕਠਿਨ ਬਾਤ ਹੈ। ਸੋ ਇੱਥੇ ਇਹੀ ਜ਼ਿਕਰ ਕਰਕੇ ਕਹਿੰਦੇ ਨੇ ਕਿ ਕਰਤੇ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਇਹਨਾਂ ਸੁੱਚਿਆਂ ਦੇ ਵਿੱਚ, ਗੁਰੂ ਦੀ ਕਿਰਪਾ ਨਾਲ ਸੱਚਮੁੱਚ ਸਿੱਖਾਂ ਦੇ ਹਿਰਦੇ ਦੇ ਵਿੱਚ ਇਹ ਸੱਚ ਜਿਹੜਾ ਸੀ ਆ ਕੇ ਟਿਕ ਗਿਆ। ਇਹ ਸੱਚ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਆ ਕਰਕੇ ਖਲੋ ਗਿਆ ਹੈ। ਇਹ ਸੱਚ ਗੁਰਸਿੱਖਾਂ ਦੇ ਹਿਰਦੇ ਵਿੱਚ ਪਰੋਇਆ ਗਿਆ ਹੈ। ਆਤਮ ਅਗਹ ਅਗਹਿਓ ਸ਼ਬਦ ਪਰੋਇਆ। ਫਿਰ ਜ਼ਿਕਰ ਕਰਦੇ ਨੇ ਆਤਮ, ਭਾਵ ਕਿ ਉਹ ਕਰਤੇ ਅਕਾਲ ਪੁਰਖ ਪਰਮੇਸ਼ਰ ਨੇ ਜਿਨ੍ਹਾਂ ਦੇ ਆਤਮ ਮਨ ਨੂੰ ਅਗਹ ਅਗਹਿਓ, ਭਾਵ ਕਿ ਅਗਾਧ ਸ਼ਬਦ ਨਾਲ ਪੂਰੇ ਗੁਰੂ ਨੇ ਪੂਰਾ ਕਰ ਦਿੱਤਾ ਹੈ। ਜਿਨ੍ਹਾਂ ਦੇ ਮਨ ਨੂੰ, ਜਿਨ੍ਹਾਂ ਦੇ ਮਨ ਅੰਦਰ ਪੂਰੇ ਗੁਰੂ ਕਾ ਸ਼ਬਦ ਜਿਹੜਾ ਹੈ ਉਹ ਵਸ ਗਿਆ ਹੈ, ਤਾਂ ਅਗਹਿਓ, ਉਹ ਅਗਹ ਅਗਾਧ ਸ਼ਬਦ ਜਿਹੜਾ ਜਿਨ੍ਹਾਂ ਦੇ ਹਿਰਦਿਆਂ 'ਚ ਵਸ ਗਿਆ ਹੈ। ਇੱਥੇ ਗੁਰੂ ਸਾਹਿਬਾਨ ਜੋ ਪਿੱਛੇ ਅਰਥ ਕੀਤੇ ਨੇ ਉਧਰ ਵੀ ਇਸ਼ਾਰਾ ਹੈ, ਆਉਣ ਵਾਲੇ ਗੁਰਸਿੱਖਾਂ ਦੇ ਜੀਵਨ ਵੱਲ ਵੀ ਇਸ਼ਾਰਾ ਹੈ। ਗੁਰੂ ਦੀ ਕਿਰਪਾ ਨਾਲ ਇਸ ਤਰ੍ਹਾਂ ਗੁਰਸਿੱਖਾਂ ਦੇ ਹਿਰਦੇ ਵਿੱਚ ਸ਼ਬਦ ਜਿਹੜਾ ਉਹ ਟਿਕ ਗਿਆ। ਗੁਰਮੁਖ ਅਪਾਰ ਭਰਿਓ ਭਰਮ ਭਉ ਖੋਇਆ। ਇਸ ਤਰ੍ਹਾਂ ਗੁਰਮੁਖਾਂ ਦੇ ਹਿਰਦੇ, ਗੁਰੂ ਹਰਗੋਬਿੰਦ ਮਹਾਰਾਜ ਤੱਕ ਇੱਥੇ ਜ਼ਿਕਰ ਕਰਦੇ ਨੇ, ਗੁਰਮੁਖਾਂ ਦੇ ਹਿਰਦੇ ਗੁਰੂ ਕੇ ਦਰਸ਼ਨ ਕਰਕੇ, ਗੁਰੂ ਕੀਆਂ ਸੇਵਾਵਾਂ ਕਰਕੇ ਖਾਲੀ ਹਿਰਦੇ ਅਪਾਰ, ਭਾਵ ਜਿਹੜੇ ਭਰੇ ਨਹੀਂ, ਉਹ ਖਾਲੀ ਹਿਰਦੇ ਜਿਹੜੇ ਫਿਰ ਸ਼ਬਦ ਦੇ ਨਾਲ ਭਰ ਗਏ ਤੇ ਭਰਮ ਭਉ ਹੋਇਆ। ਉਹਨਾਂ ਦੇ ਵਿੱਚੋਂ ਭਰਮ ਤੇ ਭਉ ਜਿਹੜਾ ਸੀ ਉਹ ਖਤਮ ਹੋ ਗਿਆ। ਡਰ ਤੇ ਭਉ ਜਿਹੜਾ ਸੀ ਸੰਸਾਰ ਦੇ ਵਿੱਚ ਉਹਨਾਂ ਦਾ, ਉਹ ਦੂਰ ਹੋ ਗਿਆ ਹੈ। ਇਸ ਤਰ੍ਹਾਂ ਉਹਨਾਂ ਦੇ ਅੰਦਰ ਗੁਰੂ ਕੇ ਸ਼ਬਦ ਦੀ ਖਿੱਚ ਬਣੀ। ਭਾਵ ਇਸ ਪੌੜੀ ਦੇ ਅੰਦਰ ਇਹ ਸਮਝਾਇਆ, ਗੁਰਸਿੱਖਾਂ ਦੇ ਨਾਲ ਜਿਨ੍ਹਾਂ ਨੇ ਪਿਆਰ ਕੀਤਾ ਤੇ ਗੁਰੂ ਨਾਲ ਜਿਹੜੇ ਸਿੱਖ ਨੇ ਪਿਆਰ ਕੀਤਾ, ਉਹਨਾਂ ਦੀ ਆਤਮਿਕ ਅਵਸਥਾ ਜਿਹੜੀ ਸੀ ਸੋ ਇਸ ਤਰ੍ਹਾਂ ਬਹੁਤ ਰੂਹਾਨੀਅਤ ਦੇ ਨਾਲ ਭਰ ਗਈ ਹੈ। ਅੱਗੇ 13ਵੀਂ ਪਾਵਨ ਪੌੜੀ ਦੇ ਵਿੱਚ ਹੁਣ ਜ਼ਿਕਰ ਕਰਦੇ ਨੇ, ਸਾਧ ਸੰਗਤ ਪਉ ਭਾਉ ਸਹਿਜ ਬੈਰਾਗ ਹੈ। ਸਾਧ ਸੰਗਤ, ਭਾਵ ਕਿ ਸਾਧ ਸੰਗਤ ਦੇ ਵਿੱਚ ਜਦੋਂ ਗੁਰਮੁਖ ਪਿਆਰਾ ਆਉਂਦਾ ਹੈ, ਕੋਈ ਜਗਿਆਸੂ ਆਉਂਦਾ ਹੈ, ਕੋਈ ਗੁਰਸਿੱਖ ਜਦੋਂ ਸੰਗਤ ਦੇ ਵਿੱਚ ਆਉਂਦਾ ਹੈ ਤਾਂ ਉਹਦੇ ਅੰਦਰ ਦੋ ਚੀਜ਼ਾਂ ਜਨਮ ਲੈਂਦੀਆਂ ਨੇ, ਇੱਕ ਭਉ ਤੇ ਭਾਉ। ਜਦੋਂ ਭਉ ਤੇ ਭਾਉ ਦੇ ਅੰਦਰ ਆਉਂਦਾ ਹੈ
ਤਾਂ ਸਹਿਜਤਾ ਦੇ ਵਿੱਚ ਗੁਜ਼ਰਦਿਆਂ ਅੰਦਰ ਵੈਰਾਗ ਭਰ ਜਾਂਦਾ ਹੈ। ਗੁਰੂ ਦੀ ਹਜ਼ੂਰੀ 'ਚ ਰਹਿ ਕੇ ਸਿੱਖ ਦੇ ਅੰਦਰ ਭਉ ਵੀ ਬਣੇ ਤੇ ਭਾਉ ਵੀ ਬਣੇ, ਗੁਰੂ ਨਾਲ ਪ੍ਰੇਮ ਵੀ ਹੋਵੇ। ਪਰ ਇਸ ਪ੍ਰੇਮ ਦਾ ਅਰਥ ਇਹ ਨਹੀਂ ਕਿ ਮੈਂ ਗੁਰੂ ਨਾਲ ਪ੍ਰੇਮ ਬੜਾ ਕਰਦਾ, ਫਿਰ ਕੀ ਜੇ ਮੈਨੂੰ ਗੁਰੂ ਦਾ ਡਰ ਨਹੀਂ ਵੀ ਮੰਨਾਂਗਾ, ਮੈਂ ਗਲਤੀਆਂ ਵੀ ਕਰ ਦੇਵਾਂਗਾ, ਮੇਰਾ ਪ੍ਰੇਮ ਬੜਾ, ਗੁਰੂ ਨੇ ਮੈਨੂੰ ਬਖਸ਼ ਦੇਣਾ। ਤੇ ਹੁਣ ਇੱਕ ਸਿਰਫ ਗੁਰੂ ਦਾ ਡਰ ਹੀ ਮੰਨੀ ਜਾਵੇ ਕਿ ਗੁਰੂ ਬਹੁਤ ਵੱਡਾ ਹੈ, ਗੁਰੂ ਸਜ਼ਾ ਦੇਵੇਗਾ, ਗੁਰੂ ਆਹ ਕਰੇਗਾ, ਗੁਰੂ ਉਹ ਕਰੇਗਾ, ਪਰ ਗੁਰੂ ਨਾਲ ਪ੍ਰੇਮ ਬਿਲਕੁਲ ਵੀ ਨਾ ਕਰੇ। ਸੋ ਗੁਰੂ ਦੇ ਨਾਲ ਸਿੱਖ ਦਾ ਪ੍ਰੇਮ ਵੀ ਹੋਵੇ ਤੇ ਗੁਰੂ ਦਾ ਅੰਦਰ ਪ੍ਰੇਮ ਰੂਪੀ ਡਰ ਵੀ ਬਣੇ। ਹਾਲਾਂਕਿ ਗੁਰੂ ਕੋਈ ਡਰਾਉਂਦਾ ਨਹੀਂ ਹੈ, ਪਰ ਜਿਸ ਤਰ੍ਹਾਂ ਪਿਤਾ ਦਾ ਅਦਬ ਸਤਿਕਾਰ ਕਰਦਿਆਂ ਹੋਇਆਂ ਅੰਦਰ ਮਨ ਦੇ ਵਿੱਚ ਪ੍ਰੇਮ ਰੂਪੀ ਡਰ ਬਣਦਾ, ਇਸ ਤਰ੍ਹਾਂ ਸਿੱਖ ਦੇ ਅੰਦਰ ਹੈ। ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਹੈ। ਫਿਰ ਗੁਰਮੁਖ ਸਹਿਜ ਸੁਭਾਅ ਹੀ ਸੁਰਤ ਦੇ ਵਿੱਚ ਜਾਗਦੇ ਹਨ। ਉਹ ਸਹਿਜ ਸੁਭਾਅ ਇਸ ਅਵਸਥਾ ਦੇ ਵਿੱਚੋਂ ਵਿਚਰਦੇ ਨੇ, ਜਦੋਂ ਸਹਿਜੇ ਸਹਿਜੇ ਚੱਲਦਿਆਂ ਵੈਰਾਗੀ ਹੋ ਜਾਂਦੇ ਨੇ, ਸਹਿਜ ਸੁਭਾਅ, ਉਹ ਫਿਰ ਸੁਰਤ ਕਰਕੇ ਜਾਗਦੇ ਨੇ। ਇੱਕ ਜਾਗਣਾ ਹੈ ਸਰੀਰ ਕਰਕੇ ਬੜੀ ਦੁਨੀਆ ਜਾਗਦੀ, ਪਰ ਸਹਿਬ ਬਾਣੀ 'ਚ ਇੱਕ ਬਚਨ ਕਹਿੰਦੇ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ। ਜਾਗਣਾ ਉਹ ਪ੍ਰਵਾਨ ਹੈ ਜਿਹੜਾ ਹਰੀ ਦੀ ਕੀਰਤ ਵਿੱਚ ਜਾਗਣਾ ਹੈ, ਕੀਰਤਨ ਵਿੱਚ ਜਾਗਣਾ ਹੈ, ਆਤਮਿਕ ਤੌਰ 'ਤੇ ਜਾਗਣਾ ਹੈ, ਮਨ ਦੇ ਤੌਰ 'ਤੇ ਜਾਗਣਾ ਹੈ। ਉਹ ਜਾਗਣਾ ਜਿਹੜਾ ਉਹ ਪ੍ਰਵਾਨ ਹੈ। ਤਾਂ ਇੱਥੇ ਭਾਈ ਸਾਹਿਬ ਜੀ ਕਹਿੰਦੇ ਸਹਿਜ ਸੁਰਤ ਸੋ ਜਾਗ ਹੈ। ਉਹ ਸਹਿਜ ਅਵਸਥਾ 'ਚ ਰਹਿ ਕੇ ਸੁਰਤ ਦੇ ਦੁਆਰਾ ਜਾਗਦੇ, ਭਾਵ ਸੁਰਤ ਜਿਹੜੀ ਉਹਨਾਂ ਦੇ ਸ਼ਬਦ ਦੇ ਵਿੱਚ ਜੁੜੀ ਰਹਿੰਦੀ ਹੈ, ਜਿਹਨੂੰ ਭਗਤ ਸਾਹਿਬਾਨ ਬਚਨ ਕਹਿੰਦੇ ਨੇ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਉਹਨਾਂ ਦੀ ਸੁਰਤ ਹਰ ਵੇਲੇ ਅੱਠੇ ਪੈਰ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਗੁਰੂ ਕੇ ਸ਼ਬਦ ਅੰਦਰ ਜੁੜੀ ਰਹਿੰਦੀ ਹੈ। ਮਧੁਰ ਬਚਨ ਅਲਾਓ ਹਉਮੈ ਤਿਆਗ ਹੈ। ਉਹ ਫਿਰ ਗੁਰਮੁਖ ਪਿਆਰੇ ਹਉਮੈ ਦਾ ਤਿਆਗ ਕਰ ਲੈਂਦੇ ਨੇ ਤੇ ਮਧੁਰ ਬਚਨ ਅਲਾਓ, ਨਿਮਰਤਾ ਨਾਲ ਭਰੇ ਹੋਏ ਬਚਨ ਅਲਾਓ ਬੋਲਦੇ ਹਨ ਜਦੋਂ ਕਿਸੇ ਨੂੰ ਬੁਲਾਉਂਦੇ। ਦੇਖੋ ਨਿਮਰਤਾ ਜਿਹੜੀ ਹੈ, ਇੱਕ ਉਹ ਨਿਮਰਤਾ ਹੈ ਜਿਹਨੂੰ ਸਾਹਿਬ ਕਹਿੰਦੇ ਨੇ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਇੱਕ ਅਪਰਾਧੀ ਜੋ ਹਿਰਨ ਦਾ ਸ਼ਿਕਾਰ ਕਰ ਰਿਹਾ, ਉਹ ਸ਼ਿਕਾਰੀ ਵਾਲੀ ਨਿਮਰਤਾ ਹੈ। ਉਹ ਜ਼ਮੀਨ 'ਤੇ ਲੇਟ ਜਾਂਦਾ ਬਿਲਕੁਲ, ਪਰ ਉਹਦੇ ਲੇਟਣ ਦਾ ਮਤਲਬ ਇਹ ਨਹੀਂ ਉਹ ਹਿਰਨ ਨੂੰ ਨਮਸਕਾਰ ਕਰਦਾ, ਮੱਥਾ ਟੇਕ ਰਿਹਾ, ਸ਼ਿਕਾਰ ਕਰਨਾ ਚਾਹੁੰਦਾ। ਉਹਦਾ ਨਿਮਰਤਾ, ਵਿਦਵਾਨਾਂ ਨੇ ਇੱਕ ਉਦਾਹਰਣ ਦਿੱਤੀ ਹੈ, ਰੁੱਖ ਦੀ ਇੱਕ ਟਾਹਣੀ, ਉਹਨੂੰ ਤੁਸੀਂ ਰੱਸੀ ਪਾ ਕੇ ਜ਼ਮੀਨ ਵੱਲ ਝੁਕਾ ਦਿਓ, ਝੁਕ ਜਾਏਗੀ। ਇੱਕ ਟਾਹਣੀ ਜਦੋਂ ਫਲਾਂ ਦੇ ਨਾਲ ਭਰ ਜਾਂਦੀ ਹੈ, ਉਹ ਵੀ ਝੁਕਦੀ ਹੈ। ਜਿਹਨੂੰ ਰੱਸੀ ਪਾ ਕੇ ਝੁਕਾਇਆ, ਹੋ ਸਕਦਾ ਉਹ ਦੂਜੀ ਨਾਲੋਂ ਜ਼ਿਆਦਾ ਝੁਕੀ ਹੋਈ ਹੋਵੇ, ਉਹ ਜ਼ਮੀਨ ਨਾਲ ਟੱਚ ਕਰਦੀ ਹੋਵੇ, ਪਰ ਜਿਹੜੀ ਫਲਾਂ ਦੇ ਭਾਰ ਨਾਲ ਝੁਕ ਗਈ ਹੈ, ਜਿਹੜੀ ਫਲਦਾਰ ਹੋ ਕੇ ਝੁਕ ਗਈ ਹੈ, ਉਹਦੇ ਵਾਲਾ ਰਸ ਉਸ ਦੂਜੀ ਟਾਹਣੀ ਕੋਲ ਨਹੀਂ ਹੋਏਗਾ। ਇੱਕ ਉਹ ਨਿਮਰਤਾ ਹੈ ਜਿਹੜੀ ਆਡੰਬਰ ਦੀ ਨਿਮਰਤਾ, ਭੇਖੀ ਨਿਮਰਤਾ, ਜਿਹਨੂੰ ਕਹਿ ਲਈਏ ਪਾਖੰਡ ਦੀ ਨਿਮਰਤਾ। ਅੰਦਰ ਹੰਕਾਰ ਚੜ੍ਹਿਆ ਤੇ ਬਾਹਰੋਂ ਅਸੀਂ ਦਾਸ, ਅਸੀਂ ਗੁਰਸਿੱਖ, ਅਸੀਂ ਤਾਂ ਤੁਹਾਡੇ ਸੇਵਾਦਾਰ, ਅਸੀਂ ਤੇ ਕੂਕਰ, ਤੁਹਾਡੀਆਂ ਜੁੱਤੀਆਂ ਝਾੜਨ ਵਾਲੇ, ਇਸ ਤਰ੍ਹਾਂ ਦੇ ਸ਼ਬਦ ਵਰਤਨੇ। ਪਰ ਇੱਕ ਉਹ ਨਿਮਰਤਾ ਹੈ ਜਿਹੜੀ ਅੰਦਰ ਗੁਰੂ ਕਾ ਪ੍ਰੇਮ, ਅੰਦਰ ਬਾਣੀ ਵਸਦੀ। ਤੇ ਫਿਰ ਭਾਈ ਸਾਹਿਬ ਜੀ ਇੱਥੇ ਜ਼ਿਕਰ ਕਰਦੇ ਨੇ ਕਿ ਮਧੁਰ ਬਚਨ ਅਲਾਓ, ਉਹ ਬੜੇ ਪਿਆਰੇ ਬੜੇ ਮਿੱਠੇ ਬਚਨ, ਕਿਉਂਕਿ ਜੋ ਅੰਦਰ ਵਰਤੇਗਾ ਉਹ ਬਾਹਰ ਹੋਏਗਾ। ਸੋ ਬਾਹਰੋਂ ਬਨੌਟੀ ਨਿਮਰਤਾ ਧਾਰਨ ਕਰ ਸਕਦੇ ਹੋ, ਪਰ ਜਿਵੇਂ ਬਨੌਟੀ ਫੁੱਲਾਂ 'ਚ ਖੁਸ਼ਬੂ ਨਹੀਂ ਹੁੰਦੀ, ਬਨੌਟੀ ਨਿਮਰਤਾ ਦੇ ਵਿੱਚ ਪ੍ਰੇਮ ਨਹੀਂ ਹੁੰਦਾ ਕਦੀ। ਉੱਥੇ ਛਲ ਹੋਏਗਾ, ਕਿਸੇ ਤਰ੍ਹਾਂ ਦਾ ਕੋਈ ਅੰਦਰ ਸਵਾਰਥ ਜੁੜਿਆ ਹੋਏਗਾ। ਸੋ ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਹਉਮੈ ਦਾ ਤਿਆਗ ਕਰ ਜਾਂਦੇ ਹਨ। ਸਤਿਗੁਰ ਮਤ ਪ੍ਰਥਾਉ ਸਦਾ ਅਨੁਰਾਗ ਹੈ। ਉਹ ਸਤਿਗੁਰੂ ਜੀ ਦੀ ਮੱਤ ਦੇ ਪ੍ਰਥਾਉ ਆਸਰੇ ਰਹਿੰਦੇ ਨੇ, ਗੁਰਮੱਤ ਦੇ ਆਸਰੇ 'ਤੇ ਰਹਿੰਦੇ ਨੇ, ਤੇ ਸਦਾ ਗੁਰੂ ਦੇ ਨਾਲ, ਗੁਰੂ ਇਤਿਹਾਸ ਦੇ ਨਾਲ, ਗੁਰੂ ਕੀ ਬਾਣੀ ਦੇ ਨਾਲ, ਗੁਰੂ ਕੇ ਸਿਧਾਂਤਾਂ ਦੇ ਨਾਲ, ਗੁਰੂ ਕੇ ਉਪਦੇਸ਼ ਦੇ ਨਾਲ ਅਨੁਰਾਗ ਹੈ। ਦਿਨ ਰਾਤ ਉਹ ਪ੍ਰੇਮ ਕਰਦੇ ਨੇ, ਗੁਰ ਸਿਧਾਂਤਾਂ ਦੇ ਨਾਲ ਪ੍ਰੀਤ ਕਰਦੇ ਹਨ। ਪਿਰਮ ਪਿਆਲੇ ਸਾਓ ਮਸਤਕ ਭਾਗ ਹੈ। ਸੋ ਇਸ ਤਰ੍ਹਾਂ ਪਿਰਮ ਪਿਆਲੇ, ਉਹ ਪ੍ਰੇਮ ਦੇ ਪਿਆਲੇ ਦਾ ਸਾਓ ਸਵਾਦ ਚੱਖਦੇ ਨੇ। ਕੌਣ? ਜਿਨ੍ਹਾਂ ਦੇ ਮਸਤਕ ਭਾਗ ਹੈ, ਜਿਨ੍ਹਾਂ ਦੇ ਮਸਤਕ ਦੇ ਭਾਗ ਚੰਗੇਰੇ ਨੇ, ਮਸਤਕ ਦੇ ਭਾਗ ਜਿਹੜੇ ਉਹ ਵਡੇਰੇ ਹਨ, ਵੱਡੇ ਹਨ। ਉਹ ਇਸ ਪ੍ਰੇਮ ਪਿਆਲੇ, ਪ੍ਰੇਮ ਦੇ ਪਿਆਲੇ ਦਾ ਸਾਓ ਸਵਾਦ ਚੱਖਦੇ ਹਨ। ਬ੍ਰਹਮ ਜੋਤ ਬ੍ਰਹਮਾਓ ਗਿਆਨ ਚਿਰਾਗ ਹੈ। ਫਿਰ ਜ਼ਿਕਰ ਕਰਦੇ ਨੇ ਕਿ ਉਹਨਾਂ ਦੇ ਅੰਦਰ ਜਦੋਂ ਇਹ ਗਿਆਨ ਚਿਰਾਗ, ਭਾਵ ਇੱਕ ਐਸਾ ਗਿਆਨ ਦਾ ਦੀਵਾ ਬਲ ਜਾਂਦਾ ਹੈ
ਕਿ ਉਹ ਬ੍ਰਹਮ ਜੋਤ ਬ੍ਰਹਮਾਉ, ਉਹ ਬ੍ਰਹਮ ਜੋਤ ਹੋ ਕਰਕੇ ਉਹ ਬ੍ਰਹਮ ਦੇ ਅੰਦਰ ਜਦੋਂ ਸਮਾਉਂਦੇ ਨੇ, ਉਹ ਆਤਮਿਕ ਅਵਸਥਾ ਨੂੰ ਮੰਨਦੇ, ਤਾਂ ਬ੍ਰਹਮਾਉ ਬ੍ਰਹਮਾ ਆਦਿਕ ਦੇ ਸਮੇਤ ਵੱਡੇ ਵੱਡੇ ਜੋ ਰਿਸ਼ੀ ਪੈਗੰਬਰ, ਭਾਵੇਂ ਉਹ ਵੇਦਾਂ ਦੇ ਪੁਰਾਣਾਂ ਦੇ ਰਚయిਤਾ ਵੀ ਕਿਉਂ ਨਾ ਹੋਣ, ਜਿਹੜਾ ਗੁਰਮੁਖ ਮਹਾਨ ਅਵਸਥਾ ਤੇ ਪਹੁੰਚ ਗਿਆ, ਉਹਦੇ ਅੰਦਰ ਐਸਾ ਗਿਆਨ ਦਾ ਦੀਵਾ, ਐਸਾ ਗਿਆਨ ਦਾ ਦੀਪਕ ਬਲਿਆ, ਚਿਰਾਗ ਦਾ ਅਰਥ ਹੈ ਦੀਵਾ, ਕਿ ਉਹ ਐਸੇ ਬ੍ਰਹਮਾ ਵਰਗੇ ਵੇਦਾਂ ਦੇ ਉਚਾਰਨ ਕਰਤਿਆਂ ਨੂੰ ਵੀ ਉਪਦੇਸ਼ ਦੇਣ ਦੀ ਸਮਰੱਥਾ ਰੱਖਦਾ ਹੈ। ਅੰਤਰ ਗੁਰਮਤਿ ਚਾਓ ਅਲਿਪਤ ਅਦਾਗ ਹੈ। ਫਿਰ ਗੁਰਮੁਖ ਦੇ ਅੰਦਰ ਗੁਰਮੁਖ ਦੀ ਅਵਸਥਾ ਕੈਸੀ ਹੈ? ਤਾਂ ਭਾਈ ਸਾਹਿਬ ਜੀ ਕਹਿੰਦੇ ਉਹਦੇ ਅੰਦਰ ਦਿਨ ਰਾਤ ਗੁਰਮਤਿ ਚਾਓ, ਗੁਰੂ ਦੀ ਮੱਤ ਦਾ ਚਾਅ ਰਹਿੰਦਾ ਉਹਦੇ ਅੰਦਰ। ਮੈਂ ਗੁਰੂ ਦੀ ਮੱਤ 'ਤੇ ਚੱਲਾਂ, ਮੈਂ ਗੁਰੂ ਦੀ ਮੱਤ ਨੂੰ ਕਮਾਵਾਂ, ਮੈਂ ਗੁਰੂ ਦੀ ਮੱਤ ਅਨੁਸਾਰ ਜੀਵਨ ਜਿਉਵਾਂ। ਸੋ ਇਸ ਤਰ੍ਹਾਂ ਉਹ ਗੁਰੂ ਕੀ ਮੱਤ ਦਾ ਧਾਰਨੀ ਰਹਿੰਦਾ ਹੈ ਅਤੇ ਅਲਿਪਤ ਅਦਾਗ ਹੈ, ਸੰਸਾਰ ਦੇ ਵਿੱਚ ਮਾਇਆ ਤੋਂ ਅਲਿਪਤ ਰਹਿੰਦਾ ਹੈ, ਵਿਸ਼ਿਆਂ ਤੋਂ ਵਕਾਰਾਂ ਤੋਂ ਜ਼ਿੰਦਗੀ ਜਿਹੜੀ ਬੜੀ ਉਹਦੀ ਬੇਦਾਗ ਰਹਿੰਦੀ ਹੈ। ਉਹ ਤਨ ਕਰਕੇ ਵੀ, ਮਨ ਕਰਕੇ ਵੀ ਅਤੇ ਜੀਵਨ ਕਰਕੇ ਵੀ ਅਦਾਗ ਰਹਿੰਦਾ ਹੈ। ਇਹਨਾਂ ਵਿਸ਼ਿਆਂ, ਇਹਨਾਂ ਸੰਸਾਰ ਦੇ ਜੋ ਧੱਬੇ ਹਨ, ਇਹਨਾਂ ਤੋਂ ਬਚਦਾ ਹੈ। ਵੇਹ ਅਕੀਹ ਚੜਾਓ ਸਦਾ ਸੁਹਾਗ ਹੈ। ਸਾਰਾ ਸੰਸਾਰ ਵੀਹ ਵਿਸਵੇ, ਭਾਵ ਕਿ ਇਹਨਾਂ ਵਾਸ਼ਨਾ, ਇਹਨਾਂ ਵਿਸ਼ਿਆਂ ਦੇ ਵਿੱਚ ਫਸਿਆ ਹੈ, ਪਰ ਗੁਰਮੁਖ ਇੱਕੀਹ, ਭਾਵ ਉਹ ਇੱਕ ਅਕਾਲ ਪੁਰਖ ਪਰਮੇਸ਼ਰ ਜਿਹੜਾ ਹੈ ਉਹਦੇ ਚੜਾਓ, ਉਸ ਉੱਨਤੀ ਕਰਦੇ ਹਨ ਗੁਰਮੁਖ, ਉਸ ਉੱਨਤੀ ਦੇ ਵਿੱਚ ਰਹਿੰਦੇ। ਚੜਾਓ ਜਿਵੇਂ ਆਪਾਂ ਕਹਿੰਦੇ ਉੱਚੇ ਚੜ੍ਹਨਾ, ਸੋ ਇਸ ਤਰ੍ਹਾਂ ਉਹਨਾਂ ਦਾ ਜੀਵਨ ਜਿਹੜਾ ਉਸ ਉੱਨਤੀ ਵੱਲ ਚੱਲਦਾ ਹੈ, ਉਹ ਇੱਕ ਦੇ ਨਾਲ ਪ੍ਰੇਮ ਕਰਦੇ ਨੇ। ਇਸ ਤਰ੍ਹਾਂ ਸਦਾ ਸੁਹਾਗ ਹੈ। ਸਦਾ ਸੁਹਾਗ ਭਾਵ ਸਦਾ ਆਨੰਦ ਵਾਲਾ ਜੀਵਨ, ਸਦਾ ਸੁਹਾਗਣਾ ਵਾਲਾ ਜੀਵਨ ਉਹ ਜੀਵ ਜਗਿਆਸੂ ਇਸਤਰੀਆਂ ਜਿਹੜੀਆਂ ਉਹ ਜਿਉਂਦੀਆਂ ਹਨ। ਸੋ ਇੱਥੇ 13 ਪੌੜੀਆਂ ਤੀਸਰੀ ਪਾਵਨ ਵਾਰ ਦੀਆਂ ਸੰਪੂਰਨ ਹੋਈਆਂ ਨੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਮਾਲਕ ਸਤਿਗੁਰੂ ਤਰਸ ਕਰਨ, ਸਮੱਤ ਦੀ ਦਾਤ ਬਖਸ਼ ਕੇ ਅਸੀਸਾਂ ਦੇਵਨ। ਸੋ ਅਗਲੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਤਿਗੁਰੂ ਪਾਤਸ਼ਾਹ ਅਸੀਸਾਂ ਦੇਵਨ। ਅੰਤਰ ਗੁਰਮਤਿ ਚਾਓ ਅਲਿਪਤ ਅਦਾਗ ਹੈ। ਵੇਹ ਅਕੀਹ ਚੜਾਓ ਸਦਾ ਸੁਹਾਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।